ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ। ਗੁਰ ਕੈ ਬਚਨ ਹਿਰਦੈ ਧਿਆਨ ਧਾਰੀ। ਰਸਨਾ ਜਾਪ ਜਪੋ ਬਨਵਾਰੀ। ਗੁਰ ਕੈ ਬਚਨ ਹਿਰਦੈ ਧਿਆਨ ਧਾਰੀ। ਰਸਨਾ ਜਾਪ ਜਪੋ ਬਨਵਾਰੀ। ਸਫਲ ਮੂਰਤ ਦਰਸ਼ਨ ਬਲਿਹਾਰੀ। ਚਰਨ ਕਮਲ ਮਨ ਪ੍ਰਾਣ ਆਧਾਰੀ। ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ। ਅੰਮ੍ਰਿਤ ਕਥਾ ਸੁਣ ਕਰਨ ਆਧਾਰੀ। ਕਾਮ ਕ੍ਰੋਧ ਲੋਭ ਮੋਹ ਤਜਾਰੀ। ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ। ਕਹੋ ਨਾਨਕ ਇਹੋ ਤਤ ਵਿਚਾਰੀ। ਰਾਮ ਨਾਮ ਜਪ ਪਾਰ ਉਤਾਰੀ। ਕਹੋ ਨਾਨਕ ਇਹੋ ਤਤ ਵਿਚਾਰੀ। ਰਾਮ ਨਾਮ ਜਪ ਪਾਰ ਉਤਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ। ਸੋਢੀ ਸੁਲਤਾਨ ਚੌਥੇ ਪਾਤਸ਼ਾਹ ਧੰਨ ਗਰੀਬ ਨਵਾਜ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਦੀਦਾਰ ਕਰਨ ਵਾਸਤੇ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਸੱਜ ਕਰਕੇ ਬੈਠ ਕਰਕੇ ਰੱਬੀ ਬਾਣੀ ਦਾ ਕੀਰਤਨ ਕਥਾ ਵਿਚਾਰ ਸਰਵਣ ਕਰਨ ਵਾਸਤੇ ਸਤਿਗੁਰਾਂ ਦੇ ਅਤਿਅੰਤ ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ ਅਤੇ PTC ਪੰਜਾਬੀ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰੂ ਚਰਨਾਂ ਦੇ ਨਾਲ ਸੁਰਤ ਜੋੜ ਕਰਕੇ ਹਾਜ਼ਰੀ ਭਰ ਰਹੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਮਿਹਰਮਤ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਆਸਾ ਜੀ ਕੀ ਵਾਰ ਦੇ ਸ਼ਬਦ ਕੀਰਤਨ ਦੇ ਭੋਗ ਪਏ ਨੇ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਪਾਵਨ ਸ੍ਰੀ ਮੁਖਵਾਕ ਆਪ ਜੀਆਂ ਨੇ ਸਰਵਣ ਕੀਤੇ ਨੇ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਮਿਹਰਮਤ ਵਰਤ ਰਹੀ ਹੈ ਔਰ ਨਿਤਾ ਪ੍ਰਤੀ ਇਸ ਪਾਵਨ ਪਵਿੱਤਰ ਮਹਾਨ ਅਸਥਾਨ ਤੋਂ ਆਪ ਜੀ ਆਏ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸ੍ਰੀ ਮੁਖ ਵਾਕ ਦੀ ਕਥਾ ਸਰਵਣ ਕਰਦੇ ਹੋ। ਸਤਿਗੁਰਾਂ ਦੀ ਪਾਵਨ ਬਾਣੀ ਦੇ ਹੀਰੇ ਅਨਮੋਲ ਸੁੱਚੇ ਮੋਤੀ ਆਪ ਜੀ ਗ੍ਰਹਿਣ ਕਰਕੇ ਲਿਜਾਂਦੇ ਹੋ, ਕਿਉਂਕਿ ਸਤਿਗੁਰਾਂ ਦੀ ਪਾਵਨ ਬਾਣੀ ਇੱਕ ਹੀਰੇ ਜਵਾਹਰਾਤਾਂ ਤੋਂ ਬੇਸ਼ਕੀਮਤੀ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਅੰਦਰ ਵੀ ਜ਼ਿਕਰ ਆਇਆ ਹੈ, ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਸੋ ਇਸ ਪਾਵਨ ਪਵਿੱਤਰ ਅਸਥਾਨ ਤੋਂ ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖ ਸੰਗਤਾਂ ਵੀ ਬੈਠੀਆਂ ਗੁਰੂ ਦਾ ਜਸ ਸਰਵਣ ਕਰਦੀਆਂ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਆਪਣੇ ਕਬਿੱਤ ਸਵਈਆਂ ਅੰਦਰ ਹਵਾਲਾ ਦਿੰਦੇ ਨੇ। ਭਾਈ ਸਾਹਿਬ ਜੀ ਕਹਿੰਦੇ, ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵਿਖੈ, ਹੰਸ ਮਰ ਜੀਵਾ ਨਿਹਚੇ ਪ੍ਰਸਾਦ ਪਾਵੇ। ਜਿਵੇਂ ਸਮੁੰਦਰ ਦੇ ਵਿੱਚ ਹੀਰੇ ਰਤਨ ਨੇ, ਪਰ ਜਿਹੜਾ ਮਰ ਜੀਵੜਾ ਹੰਸ ਹੈ ਉਹ ਚੁੱਭੀ ਲਾ ਕੇ ਵਿੱਚੋਂ ਹੀਰੇ ਰਤਨ ਜਵਾਹਰਾਤ ਪ੍ਰਾਪਤ ਕਰ ਲੈਂਦਾ ਹੈ। ਉੱਥੇ ਹੰਸ ਵੀ ਰਹਿੰਦੇ ਨੇ, ਬਗਲੇ ਵੀ ਰਹਿੰਦੇ ਨੇ, ਡੱਡੂ ਵੀ ਰਹਿੰਦੇ ਨੇ, ਪਰ ਉਹਨਾਂ ਦੀ ਅਵਸਥਾ ਕੁਝ ਹੋਰ ਹੈ। ਭਾਈ ਸਾਹਿਬ ਜੀ ਕਹਿੰਦੇ ਨੇ, ਉਹ ਹੀਰੇ ਜਵਾਹਰਾਤ ਚੁੱਭੀ ਮਾਰ ਕੇ ਵਿੱਚੋਂ ਜਿਹੜੀ ਉਹਦੀ ਖੁਰਾਕ ਹੈ ਉਹ ਕੱਢ ਲਿਆਉਂਦਾ ਹੈ। ਇਸੇ ਤਰ੍ਹਾਂ ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿੱਧ, ਪਹਾੜਾਂ ਦੇ ਵਿੱਚ ਪਾਰਸ ਹੈ, ਮਾਨਕ ਹੈ, ਪਰ ਉਹਦੇ ਵਿੱਚੋਂ ਹਾਰੀ ਸਾਰੀ ਬੰਦਾ ਜਾ ਕੇ ਉਹ ਵਸਤੂਆਂ ਪ੍ਰਾਪਤ ਨਹੀਂ ਕਰ ਸਕਦਾ। ਜਿਹੜਾ ਖਨਵਾਰ ਹੈ, ਖੋਦਣ ਵਾਲਾ, ਜਿਹਨੂੰ ਪਰਖ ਹੈ, ਉਹ ਪਹਾੜਾਂ ਦੀਆਂ ਕੁੰਦਰਾਂ ਨੂੰ ਚੀਰ ਕੇ, ਪਹਾੜਾਂ ਨੂੰ ਚੀਰ ਕੇ, ਪਹਾੜਾਂ ਨੂੰ ਖੋਦ ਕੇ, ਭਾਈ ਗੁਰਦਾਸ ਜੀ ਕਹਿੰਦੇ, ਖਨਵਾਰਾ ਖਨ ਜਗ ਵਿਖੇ ਪ੍ਰਗਟਾਵੇ। ਇਸੇ ਤਰ੍ਹਾਂ ਤੀਸਰਾ ਹਵਾਲਾ ਭਾਈ ਗੁਰਦਾਸ ਜੀ ਦਿੰਦੇ ਨੇ, ਕਹਿੰਦੇ ਜੈਸੇ ਬਨ ਵਿਖੇ ਮਲਿਆਗਰ ਸੌਂਦਾ ਕਪੂਰ। ਜੰਗਲਾਂ ਦੇ ਵਿੱਚ ਚੰਦਨ ਹੈ, ਸੌਂਦਾ ਕਪੂਰ ਹੈ, ਪਰ ਉਹ ਹਾਰੀ ਸਾਰੀ ਨੂੰ ਉਸ ਦੀ ਪਰਖ ਨਹੀਂ ਹੈ। ਸੋਧ ਕੇ ਸੁਬਾਸੀ ਸੁਬਾਸ ਬਹਿਸਾਵੇ। ਅਖੀਰ ਤੇ ਭਾਈ ਗੁਰਦਾਸ ਜੀ ਕਹਿੰਦੇ, ਤੈਸੇ ਗੁਰਬਾਣੀ ਮੈਂ ਸਕਲ ਪਦਾਰਥ ਹੈ। ਕੋਈ ਐਸਾ ਪਦਾਰਥ ਨਹੀਂ ਹੈ ਜਿਹੜਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਨਹੀਂ ਹੈ। ਪਰ ਸ਼ਰਤ ਇਹ ਹੈ ਕਿ ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵੇ। ਜਿਹੜਾ ਇਸ ਪਾਵਨ ਬਾਣੀ ਦੇ ਵਿੱਚ ਜਿੰਨੀ ਗਹਿਰੀ ਚੁੱਭੀ ਮਾਰੇਗਾ, ਉਹਨੇ ਜ਼ਿਆਦਾ ਹੀਰੇ ਜਵਾਹਰਾਤ ਸੁੱਚੇ ਮੋਤੀ ਉਸ ਨੂੰ ਪ੍ਰਾਪਤ ਹੋਣਗੇ। ਸੋ ਆਓ ਗੁਰੂ ਰਾਮਦਾਸ ਜੀ ਦੇ ਦਰ ਤੇ ਝੋਲੀਆਂ ਅੱਡੋ, ਪਾਵਨ ਬਾਣੀ ਦੇ ਸ਼ਬਦ ਰੂਪੀ ਸੁੱਚੇ ਮੋਤੀ ਆਪਣੀ ਝੋਲੀ ਵਿੱਚ ਪਾਓ ਤੇ ਗੱਜ ਵੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਪੰਜਵਾ। ਗੁਰ ਕੈ ਬਚਨ ਹਿਰਦੈ ਧਿਆਨ ਧਾਰੀ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਨਿਮਰਤਾ ਦੇ ਮੁਜਸਮੇ, ਬਾਣੀ ਕੇ ਬੋਹਿਤ ਗਰੀਬ ਨਵਾਜ ਸਤਿਗੁਰੂ ਜੀ। ਸਤਿਗੁਰੂ ਨੂੰ ਪਾਵਨ ਬਾਣੀ ਦੇ ਬੋਹਿਤ ਆਖਿਆ ਜਾਂਦਾ ਹੈ। ਗੁਰੂ ਅਮਰਦਾਸ ਜੀ ਨੇ ਵਰ ਦਿੱਤਾ ਸੀ ਕਿ ਇਹ ਦੋਹਤਾ ਜਿਹੜਾ ਬਾਣੀ ਦਾ ਬੋਹਿਥਾ ਹੈ, ਇਹਦੀ ਰਸਨਾ ਤੋਂ ਬਾਣੀ ਦੇ ਪ੍ਰਵਾਹ ਚੱਲਣਗੇ। ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਗੁਰਬਾਣੀ ਦੇ ਭੰਡਾਰ ਨੇ। ਪਿਓ ਦਾਦਾ ਪੜਦਾਦਿਓ ਕੁਲ ਦੀਪਕ ਅਜਰਾਵਰ ਨੱਤਾ, ਤਖਤ ਬਖਤ ਲੈ ਮੱਲਿਆ ਸ਼ਬਦ ਸੁਰਤ ਵਾਪਾਰ ਸਪੱਤਾ। ਗੁਰਬਾਣੀ ਭੰਡਾਰ ਭਰ ਕੀਰਤਨ ਕਥਾ ਰਹਿ ਰੰਗ ਰਤਾ।
ਐਸੇ ਦੀਨ ਦਿਆਲ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸੂਈ ਰਾਗ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 740 ਤੇ ਅੱਜ ਦੇ ਪਾਵਨ ਮੁਖ ਵਾਕ ਅੰਦਰ ਹੁਕਮ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ, ਹੇ ਭਾਈ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਬਖਸ਼ਿਸ਼ ਦੁਆਰਾ ਮੈਂ ਗੁਰੂ ਦੇ ਬਚਨਾਂ ਨੂੰ ਹਿਰਦੇ ਦੇ ਵਿੱਚ ਧਾਰਨ ਕਰਦਾ ਔਰ ਉਹਦੇ ਚਰਨਾਂ ਦਾ ਧਿਆਨ ਧਰਦਾ ਹਾਂ। ਗੁਰੂ ਦੇ ਬਚਨ ਕੀ ਨੇ, ਜਿਸ ਦੇ ਬਾਬਤ ਅਨੇਕਾਂ ਸ਼ਬਦ ਗੁਰਬਾਣੀ ਅੰਦਰ ਆਏ ਨੇ, ਕਿਉਂਕਿ ਅੱਜ ਸਿੱਖ ਕੌਮ ਦੇ ਮਹਾਨ ਜਰਨੈਲ, ਸਿੱਖ ਪੰਥ ਦੇ ਅਨਮੋਲ ਰਤਨ, ਬ੍ਰਹਮ ਗਿਆਨੀ, ਮਹਾਬਲੀ ਯੋਧੇ, ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀਆਂ ਦਾ ਸ਼ਹੀਦੀ ਦਿਹਾੜਾ ਵੀ ਹੈ, ਉਹ ਵੀ ਆਪਾਂ ਨਾਲ ਨਾਲ ਵਿਚਾਰ ਕਰਨੀ ਹੈ। ਤਾਂ ਸਾਹਿਬ ਜੀ ਦੇ ਪਾਵਨ ਆਏ ਹੋਏ ਮੁੱਖ ਵਾਕ ਦੀ ਇਸ ਸ਼ਬਦ ਨੂੰ ਆਧਾਰ ਬਣਾ ਕੇ ਅੱਜ ਸੱਚੇ ਪਾਤਸ਼ਾਹ ਰਹਿਮਤ ਕਰਨ, ਤਰਸ ਕਰਨ, ਆਪਣੀ ਮਹਿਮਾ ਕਰਵਾ ਲੈਣ। ਗੁਰ ਕਾ ਬਚਨ ਬਸੈ ਜੀ ਨਾਲੇ, ਗੁਰੂ ਦਾ ਬਚਨ ਜਿਹੜਾ ਕਦੀ ਨਾਸਵੰਤ ਨਹੀਂ, ਜਿਹਨੂੰ ਪਾਣੀ ਡੋਬ ਨਹੀਂ ਸਕਦਾ, ਜਿਸ ਨੂੰ ਅੱਗ ਸਾੜ ਨਹੀਂ ਸਕਦੀ, ਜਿਸ ਨੂੰ ਚੋਰ ਚੁਰਾ ਨਹੀਂ ਸਕਦਾ। ਪਾਤਸ਼ਾਹ ਆਪਣੇ ਮੁਖਾਰ ਬਿੰਦ ਤੋਂ ਆਪ ਬਖਸ਼ਿਸ਼ ਕਰਦੇ ਨੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ। ਤਸਕਰ ਦੇ ਅਰਥ ਨੇ ਚੋਰ, ਡਾਕੂ। ਬਾਹਰ ਦੀਆਂ ਵਸਤੂਆਂ ਤਾਂ ਭਾਵੇਂ ਚੋਰ ਚੁਰਾ ਕੇ ਲੈ ਜਾਣਗੇ, ਬੈਂਕਾਂ ਵਿੱਚ ਪਿਆ ਹੋਇਆ ਪੈਸਾ ਵੀ ਲੁਟੇਰੇ ਲੁੱਟ ਕੇ ਲੈ ਜਾਂਦੇ ਨੇ। ਬਾਹਰ ਦੇ ਦੁਨਿਆਵੀ ਰੂਪੀ ਧਨ ਨੂੰ ਖਤਰਾ ਹੈ, ਅੱਗ ਸਾੜ ਸਕਦੀ ਹੈ, ਪਾਣੀ ਵਿੱਚ ਡੁੱਬ ਸਕਦਾ ਹੈ। ਪਰ ਸਾਹਿਬ ਜੀ ਕਹਿੰਦੇ ਮੇਰੇ ਗੁਰੂ ਦੇ ਮੁਬਾਰਕ ਬਚਨ ਮੇਰੀ ਜਿੰਦ ਜਾਨ ਦੇ ਨਾਲ, ਮੇਰੀ ਆਤਮਾ ਦੇ ਨਾਲ ਵਸਦੇ ਨੇ, ਤੇ ਉਹਨਾਂ ਨੂੰ ਨਾ ਚੋਰ ਚੁਰਾ ਸਕਦਾ ਹੈ, ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਪਾਹੇ ਨਾ ਸਕੈ ਜਾਲੇ, ਉਹਨੂੰ ਅੱਗ ਸਾੜ ਨਹੀਂ ਸਕਦੀ। ਐਸੇ ਗੁਰੂ ਦੇ ਮੁਬਾਰਕ ਬਚਨ ਕਹਿੰਦੇ ਮੇਰੇ ਹਿਰਦੇ ਅੰਦਰ ਮੈਂ ਉਹਦਾ ਧਿਆਨ ਧਰਦਾ ਸਤਿਗੁਰਾਂ ਦੀ ਕਿਰਪਾ ਸਦਕਾ। ਇੱਕ ਗੱਲ ਹਮੇਸ਼ਾ ਯਾਦ ਰੱਖੀਏ, ਗੁਰੂ ਦਾ ਨਾਮ ਵੀ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਜੇ ਜਪਿਆ ਜਾਂਦਾ। ਅੰਮ੍ਰਿਤ ਵੇਲੇ ਸਤਿਗੁਰਾਂ ਦੀ ਕਿਰਪਾ ਤੋਂ ਬਿਨਾਂ ਉੱਠਿਆ ਹੀ ਨਹੀਂ ਜਾਂਦਾ। ਬਾਣੀ ਨਹੀਂ ਪੜ੍ਹੀ ਜਾਂਦੀ ਜੇ ਗੁਰੂ ਦੀ ਪੂਰਨ ਕਿਰਪਾ ਨਾ ਹੋਵੇ ਤਾਂ। ਇਹ ਸਾਰੀ ਬਖਸ਼ਿਸ਼ ਸਾਹਿਬ ਜੀ ਕਹਿੰਦੇ ਮੇਰੇ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦੁਆਰਾ ਮੈਂ ਆਪਣੇ ਪੂਰੇ ਗੁਰੂ ਦੇ ਬਚਨਾਂ ਨੂੰ ਹਿਰਦੇ ਵਿੱਚ ਉਹਦਾ ਧਿਆਨ ਧਰਦਾ, ਧਾਰਨ ਕਰਕੇ ਰੱਖਦਾ, ਟਿਕਾ ਕੇ ਰੱਖਦਾ ਹਾਂ। ਗੁਰ ਕੈ ਬਚਨ ਹਿਰਦੈ ਧਿਆਨ ਧਾਰੀ। ਫਿਰ ਸਾਹਿਬ ਜੀ ਕਹਿੰਦੇ ਨੇ ਉਹਦੇ ਬਚਨਾਂ ਨੂੰ ਹਿਰਦੇ ਵਿੱਚ ਧਾਰਨ ਕਰਕੇ ਉਹਦੀ ਕਿਰਪਾ ਦੇ ਨਾਲ ਬਖਸ਼ਿਸ਼ ਕੀ ਹੁੰਦੀ ਹੈ। ਰਸਨਾ ਜਾਪ ਜਪੋ ਬਨਵਾਰੀ। ਮੈਂ ਅਕਾਲ ਪੁਰਖ ਵਾਹਿਗੁਰੂ ਦੇ ਜਾਪ ਨੂੰ ਰਸਨਾ ਦੁਆਰਾ ਜਪਦਾ, ਰਸਨਾ ਦੁਆਰਾ, ਰਸਨਾ ਦੁਆਰਾ ਉਹਦਾ ਜਾਪ ਕਰਦਾ ਹੈ। ਵਾਹਿਗੁਰੂ ਵਾਹਿਗੁਰੂ। ਬਨਵਾਰੀ ਦੇ ਅਰਥ ਨੇ ਜਿਹੜਾ ਸਾਰੇ ਸੰਸਾਰ ਦਾ ਮਾਲਕ ਹੈ। ਸੰਸਾਰ ਇੱਕ ਬਨ ਹੈ, ਸੰਸਾਰ ਇੱਕ ਜੰਗਲ ਹੈ, ਇਹਦਾ ਮਾਲਕ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਬਨਵਾਰੀ ਕਿਸੇ ਬੰਦੇ ਦਾ ਨਾਮ ਨਹੀਂ, ਕਿਸੇ ਦੁਨਿਆਵੀ ਮਨੁੱਖ ਦਾ ਨਾਮ ਨਹੀਂ, ਕਿਸੇ ਦੇਵੀ ਦੇਵਤੇ ਦਾ ਨਾਮ ਨਹੀਂ, ਕਿਸੇ ਦੇਹਧਾਰੀ ਡੰਮੀ ਦਾ ਜਾਪ ਨਹੀਂ, ਆਪਣੇ ਗੁਰੂ ਦਾ, ਜਿਸ ਦੇ ਬਾਬਤ ਮਹਾਰਾਜ ਕਹਿੰਦੇ ਪੂਰਾ ਪ੍ਰਭ ਆਰਾਧਿਆ, ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਉਸ ਪੂਰੇ ਗੁਰੂ ਦੇ ਜਿਹੜਾ ਅਧੂਰਾ ਨਹੀਂ, ਅਧੂਰੇ ਦੁਨੀਆ ਤੇ ਬੜੇ ਨੇ, ਜਿਸ ਦੇ ਬਾਬਤ ਮਹਾਰਾਜ ਕਹਿੰਦੇ ਘਰ ਘਰ ਹੋਏ ਬਹਿ ਗਏ ਰਾਮਾ, ਕੋ ਕਿਸੀ ਸੇ ਸਰੈ ਨਾ ਕਾਮਾ। ਉਹਨਾਂ ਦੀ ਗੱਲ ਨਹੀਂ ਕੀਤੀ। ਦੁਨਿਆਵੀ ਤਾਂ ਨਾਸਵੰਤ ਨੇ, ਦੁਨਿਆਵੀ ਲੋਕ ਤਾਂ ਨਾਸਵੰਤ ਨੇ। ਜਿਹੜਾ ਮੇਰਾ ਪੂਰਾ ਗੁਰੂ ਹੈ, ਜਿਹੜਾ ਮੈਨੂੰ ਅੰਧੇਰੇ ਵਿੱਚੋਂ ਕੱਢ ਕੇ ਰੋਸ਼ਨੀ ਵਿਖਾਉਂਦਾ ਹੈ, ਉਹਦਾ ਮੈਂ ਰਸਨਾ ਦੇ ਦੁਆਰਾ ਸਿਮਰਨ ਕਰਦਾ, ਭਗਤੀ ਕਰਦਾ, ਨਾਮ ਜਪਦਾ ਹਾਂ। ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਅੰਦਰ, ਮੈਂ ਕਈ ਵਾਰੀ ਇੱਥੋਂ ਵੀ ਪਾਵਨ ਸਥਾਨ ਤੋਂ ਬੇਨਤੀ ਕੀਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਹੀ ਜਪ ਤੋਂ ਆਰੰਭ ਹੁੰਦੀ ਹੈ। ਸਾਰੀ ਬਾਣੀ ਜਪ ਤੋਂ ਆਰੰਭ ਹੁੰਦੀ ਹੈ ਕਿ ਜਪਣਾ ਹੈ। ਜਪਣਾ ਕਿਹਨੂੰ ਹੈ? ਜਿਹੜਾ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸਾਰੀ ਬਾਣੀ
ਜਪ ਤੋਂ ਲੈ ਕੇ 18 10 20 ਤੱਕ ਸਾਰੀ ਨਾਮ ਦੀ ਹੀ ਮਹਿਮਾ ਮਹਾਰਾਜ ਜੀ ਨੇ ਦਰਸਾਈ ਹੈ। ਜਦੋਂ ਮਹਾਰਾਜ ਦੀ ਬਾਣੀ ਨੂੰ ਪੜ੍ਹੋਗੇ, ਸੁਣ ਸਾਖੀ ਮਨ ਜਪ ਪਿਆਰ, ਅਜਾਮਲ ਉਦਰਿਆ ਕਹੇ ਏਕ ਬਾਰ, ਗਨਕਾ ਉਦਰੀ ਹਰ ਕਹੈ ਤੂਤ, ਗਜੇਂਦਰ ਧਿਆਇਓ ਹਰ ਕੀਓ ਮੋਹ। ਇਹਨਾਂ ਸਾਰਿਆਂ ਨੇ ਵਾਹਿਗੁਰੂ ਪ੍ਰਮਾਤਮਾ ਨੂੰ ਜਪਿਆ ਹੈ ਤੇ ਤਾਂ ਹੀ ਇਹਨਾਂ ਦਾ ਭਗਤਾਂ ਦੇ ਵਿੱਚ ਨਾਮ ਆ ਗਿਆ। ਇਹ ਉਹ ਸਿਮਰਨ ਹੈ, ਉਹ ਵਾਹਿਗੁਰੂ ਪ੍ਰਮਾਤਮਾ ਦਾ ਕਰਤੇ ਦਾ ਭਜਨ ਹੈ, ਜਿਹਨੂੰ ਇੱਕ ਵਾਰ ਕਹਿਣ ਦੇ ਨਾਲ ਸਮੂਹ ਪਾਪ ਨਾਸ ਹੋ ਜਾਂਦੇ ਨੇ। ਲੱਖ ਮੜਿਆ ਕਰ ਏਕਟੈ, ਏਕ ਰਤੀ ਲੈ ਪਾਹੇ। ਪਿਆਰਿਓ, ਜਿਵੇਂ ਲੱਖਾਂ ਮਣ ਲੱਕੜਾਂ ਇਕੱਠੀਆਂ ਕਰਕੇ ਉਹਨੂੰ ਸਾੜਨ ਵਾਸਤੇ ਲੱਖਾਂ ਮਣ ਅੱਗ ਨਹੀਂ ਨਾ ਚਾਹੀਦੀ, ਇੱਕ ਕੇਵਲ ਚਿੰਗਾਰੀ ਦੀ ਲੋੜ ਹੈ। ਇਵੇਂ ਲੱਖਾਂ ਨਹੀਂ, ਕਈ ਜਨਮਾਂ ਦੇ, ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪਾਂ ਨੂੰ ਦਗਧ ਕਰਨ ਵਾਸਤੇ ਇੱਕ ਵਾਰ ਵਾਹਿਗੁਰੂ ਪ੍ਰਮਾਤਮਾ ਦਾ ਜਪਿਆ ਹੋਇਆ ਨਾਮ ਹੀ ਕਾਫੀ ਹੈ। 1000 ਵਾਰ ਜਪਣਾ ਤਾਂ ਕਿ ਇੱਕ ਵਾਰ ਕਹਿਣ ਦੀ ਜਾਚ ਆ ਜਾਵੇ, ਬਾਰ-ਬਾਰ ਜਪਣਾ ਤਾਂ ਕਿ ਇੱਕ ਵਾਰ ਕਹਿਣ ਦੇ ਨਾਲ ਸਾਡਾ ਮਨ ਇਕਾਗਰ ਹੋ ਜਾਵੇ। ਏਕ ਚਿੱਤ ਜਹ ਏਕ ਛਿਨ ਧਿਆਇਓ, ਕਾਲ ਫਾਸ ਕੇ ਵਿੱਚ ਨ ਆਇਓ। ਇਸ ਤਰ੍ਹਾਂ ਕਰਕੇ ਇੱਕ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਹੀ ਕਾਫੀ ਹੈ, ਲੱਖਾਂ ਪਾਪ ਨਾਸ ਕਰਨ ਵਾਲਾ। ਰਸਨਾ ਜਾਪ ਜਪੋ ਬਨਵਾਰੀ, ਮੈਂ ਉਹਦਾ ਨਾਮ ਰਸਨਾ ਦੁਆਰਾ ਜਪਦਾ। ਤੇ ਜਿਹੜੀ ਰਸਨਾ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਨਹੀਂ ਜਪਦੀ, ਸਾਹਿਬਾਨ ਤੇ ਗਿਣ ਗਿਣ ਕੇ ਗੁਰਬਾਣੀ ਵਿੱਚ ਦੱਸਿਆ, ਨੈਣ ਨਾ ਦੇਖੇ ਸਾਧ ਸੇ ਨੈਣ ਬਿਹਾਲਿਆ। ਹੁਣ ਸਾਧ ਦੇ ਜਦੋਂ ਅਰਥ ਆਉਂਦੇ ਨੇ, ਕੋਈ ਚਿੱਟੇ ਚੋਲੇ ਵਾਲਾ ਸਾਧ ਨਾ ਲੱਭਣ ਤੁਰ ਪਿਓ। ਸਾਧ ਦੇ ਅਰਥ ਨੇ ਗੁਰੂ। ਉਹਨਾਂ ਮਹਾਂਪੁਰਖਾਂ ਦਾ ਵੀ ਗੁਰਬਾਣੀ ਅੰਦਰ ਜ਼ਿਕਰ ਕੀਤਾ ਹੈ, ਬਾਰ-ਬਾਰ ਕੀਤਾ ਹੈ, ਪਰ ਜਿੱਥੇ ਨਾਮ ਸਿਮਰਨ ਦੀ ਗੱਲ ਆਵੇਗੀ ਨਾ, ਜਪਣ ਦੀ ਗੱਲ ਆਵੇਗੀ, ਉੱਥੇ ਕੇਵਲ ਤੇ ਕੇਵਲ ਗੁਰੂ ਦੀ ਗੱਲ ਹੈ। ਸਾਧ ਦੇ ਅਰਥ ਗੁਰੂ ਲੈਣਾ ਹੈ। ਨੈਣ ਨਾ ਦੇਖੇ ਸਾਧ ਸੇ ਨੈਣ ਬਿਹਾਲਿਆ, ਕਰਨ ਨਾ ਸੁਣੀ ਨਾਦ ਕਰਨ ਮੁੰਦ ਘਾਲਿਆ। ਰਸਨਾ ਜਪੈ ਨਾ ਨਾਮ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਿਰਪਾ ਕਰੋ ਆਖੋ ਸਤਨਾਮ। ਰਸਨਾ ਨਾਮ ਹੀ ਨਹੀਂ ਜਪਦੀ। ਮਹਾਰਾਜ ਕੀ ਹੋਵੇਗਾ? ਸਾਹਿਬ ਜੀ ਕਹਿੰਦੇ ਤਿਲ ਤਿਲ ਕਰ ਕੱਟੀ ਹੈ। ਐਸੀ ਰਸਨਾ ਤੇ ਕੱਟ ਦੇਣਾ ਚਾਹੀਦਾ ਹੈ, ਸਜ਼ਾ ਦੇਣੀ ਚਾਹੀਦੀ ਹੈ। ਤਾਂ ਮਹਾਰਾਜ ਕਹਿੰਦੇ ਮੇਰੀ ਜਿਹੜੀ ਰਸਨਾ ਹੈ ਨਾ, ਉਹ ਨਿੰਦਿਆ ਚੁਗਲੀ ਵੱਲੋਂ ਹਟ ਕੇ ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ। ਜਿਵੇਂ ਭਾਂਡੇ ਦੇ ਵਿੱਚ ਵਸਤੂ ਪਾਉਣੀ ਹੋਵੇ ਨਾ, ਭਾਂਡੇ ਨੂੰ ਸੁੱਚਿਆ ਕਰਨਾ ਪੈਂਦਾ ਹੈ, ਇਸੇ ਤਰ੍ਹਾਂ ਰਸਨਾ ਨੂੰ ਨਾਮ ਦੇ ਦੁਆਰਾ ਸੁੱਚਿਆ ਕੀਤਾ ਜਾ ਸਕਦਾ ਹੈ। ਭਾਂਡੇ ਨੂੰ ਸੁੱਚਾ ਕਰਨ ਵਾਸਤੇ ਪਾਣੀ ਹੈ, ਸਾਬਣ ਹੈ, ਕਈ ਤਰ੍ਹਾਂ ਦੇ ਸਾਧਨ ਨੇ, ਪਰ ਰਸਨਾ ਨੂੰ ਸੁੱਚੀ ਕਰਨ ਵਾਸਤੇ ਕਹਿਣਾ ਪਵੇਗਾ ਸਤਨਾਮ ਸ੍ਰੀ ਵਾਹਿਗੁਰੂ, ਬਾਰ-ਬਾਰ ਕਹਿਣਾ ਪਵੇਗਾ। ਸੋ ਮਹਾਰਾਜ ਕਹਿੰਦੇ ਮੈਂ ਬਨਵਾਰੀ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰੇ ਸੰਸਾਰ ਦਾ ਮਾਲਕ ਹੈ, ਮੈਂ ਉਹਦਾ ਨਾਮ ਜਪਦਾ ਰਸਨਾ ਦੁਆਰਾ। ਸਫਲ ਮੂਰਤ ਦਰਸ਼ਨ ਬਲਿਹਾਰੀ, ਮੈਂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਜਿਹੜਾ ਉਹਦਾ ਦਰਸ਼ਨ ਹੈ, ਜਿਹੜਾ ਸਫਲ ਹੈ, ਜਿਹਦੇ ਦਰਸ਼ਨ ਕੀਤੇ ਆ, ਜਿਹਦੀ ਮੂਰਤ ਦੇਖਿਆ, ਜਿਹਦਾ ਮੁਬਾਰਕ ਦਰਸ਼ਨ ਕੀਤੇ ਆ, ਹਿਰਦਾ ਖੜਾਓ ਵਿੱਚ ਆ ਜਾਵੇ। ਜਿਹਦੇ ਦਰਸ਼ਨ ਕੀਤੇ ਆ, ਜੰਮਣ ਮਰਨਾ ਹੀ ਕੱਟਿਆ ਜਾਵੇ। ਭੱਟਾਂ ਨੇ ਤੇ ਗੁਰਬਾਣੀ ਅੰਦਰ ਕਹਿ ਦਿੱਤਾ ਹੈ ਨਾ ਕਿ ਹੇ ਗੁਰੂ ਅੰਗਦ ਦੇਵ ਪਾਤਸ਼ਾਹ, ਤੇਰੀ ਅੰਮ੍ਰਿਤਮਈ ਦ੍ਰਿਸ਼ਟੀ ਜਿਹਦੇ ਉੱਪਰ ਪੈਂਦੀ ਹੈ, ਜਿਨਨੇ ਤੇਰੇ ਦਰਸ਼ਨ ਕਰ ਲਏ, ਉਹਦਾ ਜੰਮਣ ਮਰਨਾ ਕੱਟਿਆ ਗਿਆ, ਉਹ ਆਵਾ ਗਾਉਣ ਦੇ ਚੱਕਰ ਤੋਂ ਬਚ ਗਿਆ। ਸੋ ਕਉ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਮੈਂ ਆਪਣੇ ਗੁਰੂ ਦੇ ਦਰਸ਼ਨਾਂ ਤੋਂ ਬਲਹਾਰ ਜਾਣਾ। ਬਲਹਾਰ ਦੇ ਅਰਥ ਨੇ ਆਪਣੀ ਸ਼ਕਤੀ ਕਿਸੇ ਦੇ ਅੱਗੇ ਹਾਰ ਦੇਣੀ। ਬਲਹਾਰ ਸ਼ਬਦ ਅਸੀਂ ਕਈ ਵਾਰੀ ਸਰਵਣ ਕੀਤਾ ਹੈ। ਕੁਰਬਾਨ ਵੀ ਕਿਹਾ ਜਾਂਦਾ ਹੈ, ਹਉ ਕੁਰਬਾਨੀ ਤੇਰਿਆਂ ਸੇਵਕ ਹਾਂ। ਕੁਰਬਾਨ ਬਲਹਾਰ ਜਾਣਾ, ਸਦਕੇ ਜਾਣਾ, ਆਪਣਾ ਬਲ ਹਾਰ ਦੇਣਾ। ਕਹਿੰਦੇ ਮੈਂ ਆਪਣੇ ਸਤਿਗੁਰਾਂ ਦੇ ਦਰਸ਼ਨ ਤੋਂ, ਸਫਲ ਮੂਰਤ ਤੋਂ ਬਲਹਾਰ ਜਾਂਦਾ ਹਾਂ। ਚਰਨ ਕਮਲ ਮਨ ਪ੍ਰਾਣ ਆਧਾਰੀ, ਕਮਲਵਤ ਗੁਰੂ ਦੇ ਚਰਨ,
ਕਮਲਵਤ ਜਿਹੜੇ ਖਿੜੇ ਹੋਏ ਨੇ, ਕਮਲ ਖਿੜਿਆ ਰਹਿੰਦਾ ਹੈ। ਕਮਲ ਤਾਂ ਚਿੱਕੜ ਦੇ ਵਿੱਚ ਵੀ ਖਿੜ ਜਾਂਦਾ ਹੈ। ਭਾਈ ਸੰਤੋਖ ਸਿੰਘ ਜੀ ਜਦੋਂ ਚੂੜਾਮਣ ਕਵੀ ਸਿੱਖ ਕੌਮ ਦਾ ਮਹਾਨ ਗ੍ਰੰਥ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਅੰਦਰ ਜ਼ਿਕਰ ਕਰਦੇ ਨੇ ਨਾ, ਕਿਤੇ ਕਹਿੰਦੇ ਮੇਰੇ ਗੁਰੂ ਦੇ ਚਰਨ ਕਮਲ ਵਰਗੇ ਨੇ, ਪਰ ਫਿਰ ਕਿਤੇ ਨਾ ਕਿਤੇ ਵਿੱਚ ਜਾ ਕੇ ਕਹਿੰਦੇ ਕਮਲ ਵਰਗੇ ਨਹੀਂ, ਮੇਰੇ ਗੁਰੂ ਦੇ ਚਰਨ ਗੁਰੂ ਦੇ ਚਰਨਾਂ ਵਰਗੇ ਹੀ ਨੇ। ਭਾਵਨਾ ਬਣਾਉਣੀ ਪਵੇਗੀ ਨਾ, ਕਿਉਂਕਿ ਕਮਲ ਦੇ ਵਿੱਚ ਅਵਗੁਣ ਹੈ। ਭਵਰਾ ਆਇਆ, ਪਿਆਰ ਕਰਦਾ ਹੈ ਨਾ ਭਵਰਾ, ਭਵਰਾ ਆਇਆ ਕਮਲ ਤੇ ਬੈਠ ਗਿਆ, ਉਹ ਪਿਆਰ ਦੇ ਵਿੱਚ ਆਪਣੇ ਆਪ ਨੂੰ ਨਿਸ਼ਾਵਰ ਕਰਨ ਵਾਸਤੇ ਆਇਆ, ਰੀਝ ਕੇ ਆਇਆ ਕਿ ਮੈਂ ਆਪਣੇ ਮਿੱਤਰ ਨੂੰ ਮਿਲਾਂ, ਪਰ ਕਮਲ ਨੇ ਉਸ ਦੀ ਜਾਨ ਲੈ ਲਈ, ਭਵਰੇ ਦੀ ਜਾਨ ਲੈ ਲਈ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਗੁਰੂ ਦੇ ਚਰਨ ਕਿਸੇ ਦੀ ਜਾਨ ਲੈਂਦੇ ਨਹੀਂ, ਗੁਰੂ ਦੇ ਚਰਨ ਜੀਵਨ ਦਾਨ ਦਿੰਦੇ ਨੇ। ਇੱਥੋਂ ਜੀਵਨ ਮਿਲਦਾ ਹੈ, ਇੱਥੋਂ ਜ਼ਿੰਦਗੀਆਂ ਮਿਲਦੀਆਂ ਨੇ। ਇਸ ਕਰਕੇ ਕਮਲਵਤ ਵੀ ਗੁਰੂ ਦੇ ਚਰਨ ਕਿਹਾ ਹੈ, ਚਰਨ ਕਮਲ ਮਨ ਪ੍ਰਾਣ ਆਧਾਰੀ। ਉਸ ਅਕਾਲ ਪੁਰਖ ਵਾਹਿਗੁਰੂ ਦੇ ਕਮਲ ਚਰਨ, ਮੁਬਾਰਕ ਚਰਨ, ਉਹਨਾਂ ਨੂੰ ਮੈਂ ਆਪਣੇ ਪ੍ਰਾਣਾਂ ਦਾ ਆਧਾਰ, ਮੈਨੇ ਆਸਰਾ ਬਣਾ ਲਿਆ। ਪ੍ਰਾਣਾਂ ਦਾ ਆਧਾਰ ਗੁਰੂ ਦੇ ਮੁਬਾਰਕ ਕੋਮਲ ਚਰਨਾਂ ਨੂੰ, ਕਮਲਵਤ ਚਰਨਾਂ ਨੂੰ ਆਪਣੇ ਪ੍ਰਾਣਾਂ ਦਾ ਆਧਾਰ ਬਣਾ ਲਿਆ, ਪ੍ਰਾਣਾਂ ਦਾ ਆਸਰਾ ਬਣਾ ਲਿਆ। ਰਹਾਉ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਮੇਰੇ ਮਾਲਕ। ਸਾਧ ਸੰਗ ਜਨਮ ਮਰਨ ਨਿਵਾਰੀ। ਫਿਰ ਕੀ ਕੀਤਾ, ਜਦੋਂ ਗੁਰੂ ਦੀ ਅਪਾਰ ਬਖਸ਼ਿਸ਼ ਮਿਹਰਮਤ ਹੋਈ, ਸਾਧ ਸੰਗਤ ਦੇ ਨਾਲ ਮਿਲ ਬੈਠ ਕਰਕੇ ਸਾਹਿਬ ਜੀ ਕਹਿੰਦੇ ਜੰਮਣ ਮਰਨ ਵੀ ਨਿਵਾਰ ਲਿਆ, ਉਹ ਵੀ ਖਤਮ ਕਰ ਲਿਆ। ਸਭ ਤੋਂ ਵੱਡਾ ਦੁੱਖ ਪਤਾ ਕੀ ਮੰਨਿਆ? ਬਾਰ-ਬਾਰ ਜੰਮਣਾ ਤੇ ਬਾਰ-ਬਾਰ ਮਰਨਾ, ਮਾਤਾ ਦੇ ਗਰਭ ਵਿੱਚ ਬਾਰ-ਬਾਰ ਆਉਣਾ, ਇਸ ਨੂੰ ਬੜਾ ਵੱਡਾ ਦੁੱਖ ਆਖਿਆ ਹੈ। ਮਾਤਾ ਦੇ ਗਰਭ ਨੂੰ ਗੁਰਬਾਣੀ ਅੰਦਰ ਦੁੱਖ ਦਾ ਸਾਗਰ ਆਖਿਆ ਹੈ। ਮਾਤ ਗਰਭ ਦੁੱਖ ਸਾਗਰੋ ਪਿਆਰੇ, ਤਹ ਆਪਣਾ ਨਾਮ ਜਪਾਇਆ। ਬਾਹਰ ਕਾਢ ਬਿਖ ਪਸਰਿਆ ਪਿਆਰੇ, ਮਾਇਆ ਮੋਹ ਵਧਾਇਆ। ਮਾਤਾ ਦੇ ਗਰਭ ਤੋਂ ਛੁਟਕਾਰਾ ਮਿਲ ਗਿਆ, ਆਉਣ ਜਾਣ ਦਾ ਚੱਕਰ ਖਤਮ ਹੋ ਗਿਆ। ਕਿਵੇਂ? ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ। ਜਿਸ ਪਾਵਨ ਪਵਿੱਤਰ ਜਗ੍ਹਾ ਤੇ ਤੁਸੀਂ ਬੈਠੇ ਹੋ ਨਾ, ਇਹਨੂੰ ਸਤ ਸੰਗਤ ਕਹਿੰਦੇ ਨੇ। ਇੱਥੇ ਭਾਵੇਂ ਕੋਈ ਕਿਸੇ ਤਰ੍ਹਾਂ ਦਾ ਮਨੁੱਖ ਆ ਕੇ ਬੈਠ ਜਾਵੇ, ਚੋਰ ਬੈਠ ਜਾਵੇ, ਠੱਗ ਬੈਠ ਜਾਵੇ, ਬੇਅਮਰਤੀਆ ਬੈਠ ਜਾਵੇ, ਨਿਤ ਦਾ ਸ਼ਰਾਬੀ ਬੈਠ ਜਾਵੇ, ਪਰ ਇਸ ਨੂੰ ਕਿਹਾ ਕੀ ਜਾਂਦਾ ਹੈ? ਸਾਧ ਸੰਗਤ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਠੀਕ ਉਸੇ ਤਰ੍ਹਾਂ ਜਿਵੇਂ ਸਮੁੰਦਰ ਦੇ ਵਿੱਚ ਨਦੀਆਂ ਨਾਲੇ ਟੋਭੇ ਜਾ ਕੇ ਮਿਲ ਜਾਂਦੇ ਨੇ, ਨਦੀਆਂ ਅਤੇ ਵਾਹ ਪਵਹਿ ਸਮੁੰਦ ਨਾ ਜਾਣੀ, ਉਹ ਫਿਰ ਨਦੀਆਂ ਨਾਲੇ ਵੱਖਰੇ ਨਹੀਂ ਰਹਿੰਦੇ, ਉਹ ਫਿਰ ਸਮੁੰਦਰ ਦਾ ਰੂਪ ਹੋ ਜਾਂਦੇ ਨੇ। ਇਸ ਸਤ ਸੰਗਤ ਦੇ ਵਿੱਚ ਆਣ ਕੇ ਬੈਠ ਕੇ ਗੁਰੂ ਦਾ ਹੀ ਰੂਪ ਹੋ ਜਾਂਦੇ ਨੇ। ਇਹ ਸੰਗਤ ਦਾ ਹੀ ਮਹਾਰਾਜ ਜੀ ਨੇ ਮਹਾਤਮ ਦੱਸਿਆ ਹੈ ਕਿ ਸਾਧ ਸੰਗ ਜਨਮ ਮਰਨ ਨਿਵਾਰੀ। ਜੰਮਣ ਮਰਨ ਦਾ ਗੇੜ ਹੀ ਖਤਮ ਹੋ ਜਾਂਦਾ ਹੈ। ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਅੰਮ੍ਰਿਤ ਕਥਾ ਸੁਣ ਕਰਨ ਆਧਾਰੀ। ਗੁਰੂ ਦੀ ਅੰਮ੍ਰਿਤਮਈ ਕਥਾ, ਅਕਥ ਕਥਾ, ਅਕਾਲ ਪੁਰਖ ਵਾਹਿਗੁਰੂ ਦੀ ਨਾ ਕਥੀ ਜਾਣ ਵਾਲੀ ਕਥਾ, ਜਿਸ ਦੇ ਬਾਬਤ ਮਹਾਰਾਜ ਗਰੀਬ ਨਵਾਜ ਪਾਵਨ ਬਾਣੀ ਅੰਦਰ ਵੀ ਜ਼ਿਕਰ ਕਰਦੇ ਨੇ। ਭਾਈ ਸੰਤੋਖ ਸਿੰਘ ਜੀ ਨੇ ਵੀ ਕਥਾ ਦਾ ਮਹਾਤਮ ਦੱਸਿਆ ਹੈ। ਸੁਨੋ ਵਿਸ਼ਾਲ ਕਥਾ ਕੋ ਫਲ ਹੈ, ਝੜੀ ਲਾਏ ਜੈਸੇ ਬਰਖਤ ਜਲ ਹੈ। ਇਸ ਨੂੰ ਮਹਾਰਾਜ ਦੀ ਪਾਵਨ ਬਾਣੀ ਅੰਦਰ ਸਭ ਤੇ ਉੱਤਮ ਹਰ ਕੀ ਕਥਾ ਕਿਹਾ ਹੈ, ਹਰ ਕੀ ਕਥਾ ਕਹਿ ਕੇ ਸਤਕਾਰਿਆ ਹੈ। ਮਹਾਰਾਜ ਕਹਿੰਦੇ ਅੰਮ੍ਰਿਤਮਈ ਕਥਾ ਨੂੰ ਸੁਣ ਕੇ ਮੈਂ ਆਪਣੇ ਜੀਵਨ ਦਾ ਆਧਾਰ ਬਣਾ ਲਿਆ। ਕੰਨਾਂ ਦੁਆਰਾ ਸੁਣ ਕੇ, ਕਰਨ ਦੁਆਰਾ ਸੁਣ ਕੇ ਮੈਂ ਆਪਣੇ ਜੀਵਨ ਦਾ ਆਧਾਰ ਬਣਾ ਲਿਆ, ਆਸਰਾ ਬਣਾ ਲਿਆ। ਭਵਜਲ ਤੋਂ ਪਾਰ ਹੋਣ ਵਾਸਤੇ ਮੇਰਾ ਸਾਧਨ ਬਣ ਗਿਆ। ਬਣਿਆ ਕਿਵੇਂ? ਜਦੋਂ ਅੰਮ੍ਰਿਤਮਈ ਕਥਾ ਨੂੰ ਮੈਂ ਕੰਨਾਂ ਦੁਆਰਾ ਸੁਣ ਕੇ ਆਪਣੇ ਜੀਵਨ ਦਾ ਆਧਾਰ ਬਣਾਇਆ। ਕਾਮ ਕ੍ਰੋਧ ਲੋਭ ਮੋਹ ਤਜਾਰੀ। ਬਖਸ਼ਿਸ਼ ਕੀ ਹੋਈ? ਕਾਮ ਕ੍ਰੋਧ ਲੋਭ ਤੇ ਮੋਹ ਕਹਿੰਦੇ ਇਹ ਤੱਜ ਗਏ, ਮੈਨੂੰ ਛੱਡ ਗਏ, ਚਲੇ ਗਏ, ਭਾਵ ਭੱਜ ਗਏ।
ਜਦੋਂ ਗੁਰੂ ਦੀ ਰਹਿਮਤ ਹੋਈ, ਗੁਰੂ ਦੀ ਸੰਗਤ ਕੀਤੀ, ਗੁਰੂ ਦੀ ਅੰਮ੍ਰਿਤਮਈ ਬਾਣੀ ਦਾ ਜਾਪ ਕੀਤਾ ਹੈ। ਕਾਮ ਨੂੰ ਤਿਆਗ ਕੇ ਫਿਰ ਸਚਿਆਰ ਮਨੁੱਖ ਬਣ ਗਏ। ਕ੍ਰੋਧ ਨੂੰ ਤਿਆਗ ਕੇ ਹਿਰਦੇ ਅੰਦਰ ਸ਼ਾਂਤੀ ਆ ਗਈ। ਲੋਭ ਨੂੰ ਤਿਆਗ ਕਰਕੇ ਗੁਰੂ ਦੀ ਬਖਸ਼ਿਸ਼ ਦੁਆਰਾ ਜੀਵਨ ਸਥਿਰ ਹੋ ਗਿਆ, ਜੀਵਨ ਸਿਦਕ ਵਿੱਚ ਆ ਗਿਆ। ਮੋਹ ਨੂੰ ਤਿਆਗ ਕਰਕੇ ਮਨੁੱਖ ਜੰਮਣ ਮਰਨ ਦੇ ਗੇੜ ਤੋਂ ਖਤਮ ਹੋ ਗਿਆ। ਇਹ ਜੰਜਾਲ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜੰਜਾਲ ਨੇ। ਪਾਤਸ਼ਾਹ ਜੀ ਨੇ ਇਹਨਾਂ ਨੂੰ ਚੋਰ ਵੀ ਆਖਿਆ, ਠੱਗ ਵੀ ਆਖਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਦੇਹੀ ਦੇ ਅੰਦਰ ਵਸਦੇ ਵੀ ਪੰਜੇ ਇਕੱਠੇ ਹੀ ਨੇ। ਇਹ ਪਰਿਵਾਰ ਹੈ ਪੂਰਾ ਪੂਰਾ, ਇਹ ਪੂਰਾ ਪਰਿਵਾਰ ਹੀ ਆਉਂਦਾ ਹੈ। ਕਾਮ ਆਉਂਦਾ ਹੈ, ਕ੍ਰੋਧ ਲੋਭ ਮੋਹ ਹੰਕਾਰ ਵੀ ਨਾਲ ਹੀ ਆ ਜਾਂਦੇ ਨੇ, ਕਿਉਂਕਿ ਮੈਂਬਰ ਨੇ ਨਾ ਸਾਰੇ ਇਕੱਠੇ। ਇਹ ਸਾਹਿਬ ਜੀ ਕਹਿੰਦੇ ਇਹਨਾਂ ਦਾ ਗੁਰੂ ਦੀ ਕਿਰਪਾ ਸਦਕਾ ਇਹ ਤਜ ਗਏ, ਛੱਡ ਗਏ। ਕਈ ਵਾਰੀ ਬਾਣੀ ਦੀ ਪੰਕਤੀ ਬੜੇ ਪਿਆਰ ਦੇ ਨਾਲ ਗੁਣ ਗਣਾਉਂਦੇ ਹੁੰਦੇ ਆ ਨਾ, ਕਿ ਨਸ ਵੰਝੋ ਕਿਲ ਵੇਖੋ ਕਰਤਾ ਘਰ ਆਇਆ। ਕਰਤਾ ਅਕਾਲ ਪੁਰਖ ਵਾਹਿਗੁਰੂ ਮੇਰੇ ਘਰ ਵਿੱਚ ਆ ਗਿਆ, ਤੁਸੀਂ ਨਸ ਜਾਓ, ਭੱਜ ਜਾਓ। ਇਹ ਤਜ ਗਏ, ਛੱਡ ਗਏ ਜਦੋਂ ਗੁਰੂ ਦੀ ਰਹਿਮਤ ਵਰਤੀ। ਢੇੜ ਨਾਮ ਦਾਨ ਇਸਨਾਨ ਸੁਚਾਰੀ। ਫਿਰ ਗੁਰੂ ਨੇ ਰਹਿਮਤ ਕਰਕੇ, ਬਖਸ਼ਿਸ਼ ਕਰਕੇ ਨਾਮ ਦਾਨ, ਦਾਨ ਕਰਨਾ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਹੀ ਹੈ ਨਾ, ਦਸਾਂ ਨਵਾਂ ਦੀ ਕਿਰਤ ਕਰਨੀ। ਜੇ ਕਿਰਤ ਨਹੀਂ ਕਰੇਗਾ ਨਾ ਤੇ ਕਿਰਤ ਕਰਦਿਆਂ ਕਰਦਿਆਂ ਨਾਮ ਨਹੀਂ ਜਪੇਗਾ, ਫਿਰ ਤੂੰ ਵੰਡ ਕੇ ਵੀ ਨਹੀਂ ਛਕ ਸਕਦਾ, ਤੇਰੇ ਅੰਦਰ ਦਇਆ ਨਹੀਂ ਆ ਸਕਦੀ। ਕਿਰਤ ਕਰਨੀ ਹੈ, ਨਾਮ ਜਪਣਾ ਹੈ ਤੇ ਵੰਡ ਕੇ ਛਕਣਾ ਹੈ। ਦ੍ਰਿੜ ਮੇਰੇ ਸਤਿਗੁਰਾਂ ਨੇ ਦ੍ਰਿੜ ਕਰਾ ਦਿੱਤਾ ਕਿ ਭਾਈ ਤੂੰ ਇਹ ਨਾਮਦਾਨ ਇਸ਼ਨਾਨ ਨੂੰ ਮੁੱਖ ਰੱਖਣਾ ਹੈ। ਭਾਈ ਮਰਦਾਨਾ ਜੀ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਬਚਨ ਕਰਦੇ, ਮਰਦਾਨਿਆਂ ਤਿੰਨ ਬਚਨ ਯਾਦ ਰੱਖੀ। ਪੈਰ ਰਾਤ ਰਹਿੰਦੀ ਉੱਠੀ, ਵਾਹਿਗੁਰੂ ਪ੍ਰਮਾਤਮਾ ਦਾ ਭਜਨ ਕਰੀ ਇਸ਼ਨਾਨ ਕਰਕੇ। ਲੋੜਵੰਦ ਦੀ ਮਦਦ ਕਰੀ ਤੇ ਆਪਣਾ ਦਾੜਾ ਸੁੱਚਾ ਰੱਖੀ, ਭਾਵ ਇਹਨੂੰ ਜੂਠਾ ਨਾ ਕਰੀ। ਜੂਠਾ ਤੋਂ ਭਾਵ ਕੈਂਚੀ ਨਾ ਲਾਵੀਂ। ਮੈਂ ਕਈ ਵਾਰੀ ਸੋਚਦਾ ਹੁੰਦਾ, ਭਾਈ ਮਰਦਾਨਾ ਕਿੱਡਾ ਭਾਗਾਂ ਵਾਲਾ ਗੁਰਸਿੱਖ ਸੀ, ਬ੍ਰਹਮ ਗਿਆਨੀ ਸੀ। ਤਿੰਨੇ ਬਚਨ ਉਹਨੇ ਮਰਦੇ ਦਮ ਤੱਕ ਗੁਰੂ ਨਾਨਕ ਸਾਹਿਬ ਜੀ ਦੇ ਮੰਨੇ ਤੇ ਸਦਾ ਵਾਸਤੇ ਗੁਰੂ ਨਾਨਕ ਦੇ ਚਰਨਾਂ 'ਚ ਅਭੇਦ ਹੋ ਗਿਆ। ਦ੍ਰਿੜ ਮੇਰੇ ਗੁਰੂ ਨੇ ਦ੍ਰਿੜ ਕਰਾ ਦਿੱਤਾ ਕਿ ਨਾਮ ਜਪ, ਦਾਨ ਵੀ ਕਰ ਤੇ ਇਸ਼ਨਾਨ ਵੀ ਕਰ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਅਰੋਗਾ। ਸੁਚਾਰੀ ਭਾਵ ਸੁੱਚਾ ਰੱਖ ਆਪਣੇ ਜੀਵਨ ਨੂੰ, ਵਿਸ਼ੇ ਵਿਕਾਰਾਂ ਵੱਲੋਂ ਉੱਚਾ ਚੁੱਕ ਕੇ ਨਾ ਸੁੱਚਾ ਰੱਖ ਇਸ ਨੂੰ। ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਤਿਆਗ ਕੇ ਵਿਸ਼ੇ ਵਿਕਾਰਾਂ ਵੱਲੋਂ ਆਪਣੇ ਆਪ ਨੂੰ ਸੁੱਚਾ ਰੱਖਣਾ। ਅੱਜ ਜਿਨ੍ਹਾਂ ਦੇ ਆਪਾਂ ਯਾਦ ਵਿੱਚ ਜੁੜ ਬੈਠੇ ਆ ਨਾ, ਸਿੱਖ ਕੌਮ ਦੇ ਮਹਾਨ ਜਰਨੈਲ, ਸਿੱਖ ਕੌਮ ਦੇ ਅਨਮੋਲ ਰਤਨ, ਬ੍ਰਹਮ ਗਿਆਨੀ। ਅੱਜ ਕੱਲ੍ਹ ਤਾਂ ਅਸੀਂ ਜਣੇ ਖਣੇ ਨੂੰ ਬ੍ਰਹਮ ਗਿਆਨੀ ਕਹੀ ਜਾਂਦੇ ਹਾਂ। ਸਾਡੀ ਇਹ ਪਤਾ ਨਹੀਂ ਫਿਤਰਤ ਹੀ ਬਣ ਗਈ ਹੈ ਕਿ ਜਿਹਨੇ ਕਈਆਂ ਮਹਾਂਪੁਰਖਾਂ ਦੇ ਉੱਚੇ ਸੁੱਚੇ ਜੀਵਨ ਨੇ, ਚਿੱਟੇ ਚੋਲੇ ਪਾਏ, ਅਸੀਂ ਝੱਟ ਕਹਿ ਦਿੰਦੇ ਹਾਂ ਕਿ ਬ੍ਰਹਮ ਗਿਆਨੀ ਹੈ। ਪਰ ਬ੍ਰਹਮ ਗਿਆਨ ਦੀ ਅਵਸਥਾ ਵੇਖਣੀ ਹੈ ਨਾ, ਸ਼੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਗੁਰਬਖਸ਼ ਸਿੰਘ ਜੀ ਦੇ ਅਸਥਾਨ ਦੇ ਦਰਸ਼ਨ ਕਰਿਆ ਕਰੋ। ਪ੍ਰਕਰਮਾਂ ਦੇ ਵਿੱਚ ਬ੍ਰਹਮ ਗਿਆਨੀ ਦੀ ਪਹਿਚਾਨ ਕਰਨੀ ਹੈ। ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਬੁੰਗੇ ਦੇ ਦਰਸ਼ਨ ਕਰਿਆ ਕਰੋ। ਬ੍ਰਹਮ ਗਿਆਨੀ ਦੀ, ਅਸਲ ਬ੍ਰਹਮ ਗਿਆਨੀ ਦੀ ਤੁਸੀਂ ਪਹਿਚਾਨ ਕਰਨੀ ਹੈ। 1984 ਦੇ ਬਣੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦਗਾਰ ਦੇ ਦਰਸ਼ਨ ਕਰਿਆ ਕਰੋ, ਜਿਨ੍ਹਾਂ ਦੀ ਅਗਵਾਈ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਕਰ ਰਹੇ ਸਨ। ਬ੍ਰਹਮ ਗਿਆਨੀ ਜਿਨ੍ਹਾਂ ਨੇ ਆਪਣੇ ਜੀਵਨ ਨੂੰ, ਆਚਰਨ ਨੂੰ ਵਿਸ਼ੇ ਵਿਕਾਰਾਂ ਵੱਲੋਂ ਸੁੱਚਿਆ ਰੱਖਿਆ ਨਾਮ ਜਪ ਕੇ। ਐਵੇਂ ਨਹੀਂ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਐਵੇਂ ਨਹੀਂ ਮਨ ਬਸ ਵਿੱਚ ਆ ਸਕਦਾ। ਵਿਸ਼ੇ ਵਿਕਾਰਾਂ ਤੋਂ ਐਵੇਂ ਨਹੀਂ ਖੇੜਾ ਸੁੱਟ ਸਕਦਾ। ਤਾਂ ਉਸ ਮਹਾਂਪੁਰਖ ਨੇ ਜਿਹਦੇ ਇਤਿਹਾਸ ਨੂੰ ਬਹੁਤਾ ਹੀ ਅਣਗੌਲਿਆ ਕੀਤਾ ਗਿਆ ਹੈ। ਬਹੁਤਾ ਇਤਿਹਾਸ ਲਿਖਿਆ ਨਹੀਂ ਗਿਆ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀਆਂ ਦਾ। ਬਾਬਾ ਗੁਰਬਖਸ਼ ਸਿੰਘ ਜੀਆਂ ਦਾ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਨਾ, ਲੀਲ ਪਿੰਡ ਖੇਮ ਕਰਨ ਦੇ ਲਾਗੇ ਹੈ, ਉੱਥੋਂ ਦੇ ਇਹ ਜਨਮ ਹੋਇਆ।
ਤੇ ਕਹਿੰਦੇ 11 ਸਾਲ ਦੀ ਉਮਰ ਵਿੱਚ ਮਾਤਾ ਪਿਤਾ ਨੂੰ ਲੈ ਕੇ ਬਾਬਾ ਗੁਰਬਖਸ਼ ਸਿੰਘ ਜੀ ਮਾਤਾ ਪਿਤਾ ਜੀ ਦੇ ਨਾਲ ਪੱਕੇ ਤੌਰ ਤੇ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਚਲੇ ਜਾਂਦੇ ਨੇ। ਸੰਖੇਪ ਜਿਹਾ ਇਤਿਹਾਸ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ, ਕਿਉਂਕਿ ਜਿਸ ਸੂਰਮੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਅਜ਼ਮਤ ਦੀ ਖਾਤਰ ਕੁਰਬਾਨੀ ਦਿੱਤੀ ਹੈ, 30 ਨੇ 30,000 ਦੇ ਨਾਲ 30,000 ਦੇ ਨਾਲ ਮੁਕਾਬਲਾ ਕੀਤਾ। ਐਵੇਂ ਨਹੀਂ ਹੋਇਆ, ਗੁਰੂ ਦੀ ਰਹਿਮਤ ਵਰਤੀ ਹੈ। 12 ਸਾਲ ਦੀ ਉਮਰ ਵਿੱਚ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨੇ ਜਦੋਂ 1699 ਦੀ ਵਿਸਾਖੀ ਨੂੰ ਅੰਮ੍ਰਿਤਪਾਨ ਕਰਾਇਆ, ਕਿਉਂਕਿ 1688 ਦਾ ਬਾਬਾ ਜੀ ਦਾ ਜਨਮ ਹੈ। ਜਦੋਂ ਇਹਨਾਂ ਦਾ ਪਿਛੋਕੜ ਪੜ੍ਹਦੇ ਹਾਂ, ਇਤਿਹਾਸ ਪੜ੍ਹਦੇ ਹਾਂ, 1699 ਦੀ ਵਿਸਾਖੀ ਨੂੰ ਜਦੋਂ ਪੰਜ ਪਿਆਰੇ ਸਾਹਿਬਾਨਾਂ ਨੂੰ ਅੰਮ੍ਰਿਤਪਾਨ ਕਰਾਇਆ ਹੈ, ਪੰਜ ਪਿਆਰੇ ਸਾਜੇ ਕਲਗੀਧਰ ਪਾਤਸ਼ਾਹ ਜੀ ਨੇ, ਭਾਈ ਦਇਆ ਸਿੰਘ ਜੀ, ਔਰ ਉਹਨਾਂ ਪੰਜਾਂ ਪਿਆਰਿਆਂ ਨੇ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ, ਵੱਡੇ ਸਾਹਿਬਜ਼ਾਦਿਆਂ ਨੂੰ, ਮਾਤਾਵਾਂ ਨੂੰ ਅੰਮ੍ਰਿਤਪਾਨ ਕਰਾਇਆ। ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਅੰਮ੍ਰਿਤਪਾਨ ਕੀਤਾ, ਭਾਈ ਦੇਸਾ ਸਿੰਘ, ਭਾਈ ਚੌਪਾ ਸਿੰਘ, ਸਾਰੇ ਗੁਰਸਿੱਖਾਂ ਨੇ ਅੰਮ੍ਰਿਤਪਾਨ ਕੀਤਾ। ਤੇ ਉਸ ਸਮੇਂ 1699 ਦੀ ਵਿਸਾਖੀ ਨੂੰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੀ ਉਮਰ 12 ਸਾਲ ਦੀ ਸੀ। ਅੱਜ ਕੱਲ੍ਹ ਕਹਿੰਦੇ ਨੇ ਅੰਮ੍ਰਿਤਪਾਨ ਕਿਉਂ ਕਰਾਉਣਾ ਹੈ ਜੀ, ਤਾਂ ਇਹਦੀ ਕਿਹੜੀ ਉਮਰ ਹੈ, ਇਹਦੇ ਕੋਲ ਕਿਹੜਾ ਸਾਂਭਿਆ ਜਾਣਾ ਹੈ, ਸਾਂਭਣਾ ਤਾਂ ਮਾਂ ਬਾਪ ਨੇ ਹੈ ਨਾ। ਕਈ ਵਾਰੀ ਜਦੋਂ ਆਪਾਂ ਪਰਿਕਰਮਾ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਮਸਕਾਰ ਕਰਨ ਵਾਸਤੇ ਜਾਂਦੇ ਆ ਨਾ, ਸਿਆਣੀਆਂ ਮਾਵਾਂ 6-6 ਮਹੀਨਿਆਂ ਦੇ ਬੱਚਿਆਂ ਦੇ ਸਿਰ ਕੱਜ ਕੇ ਜਾਂਦੀਆਂ ਨੇ। ਤੇ ਇੱਕ ਮਾਂ ਇੱਕ ਉਹਦੇ ਨਾਲ ਆਈ ਹੋਈ ਮਾਤਾ ਕਹਿ ਰਹੀ ਸੀ, ਇਹਦਾ ਕਿਉਂ ਸਿਰ ਢੱਕ ਰਹੀ ਹੈ, ਇਹਨੂੰ ਕੀ ਪਤਾ ਹੈ। ਤੇ ਉਹ ਮਾਂ ਸਿਆਣੀ ਸੀ, ਕਹਿੰਦੀ ਮਾਤਾ ਜੇ ਇਹ ਬੱਚਾ ਹੈ ਤੇ ਆਪਾਂ ਤੇ ਨਹੀਂ ਨਾ ਬੱਚੇ, ਆਪਾਂ ਤਾਂ ਸਿਰ ਢੱਕਣਾ ਹੈ ਨਾ। ਕਹਿੰਦੇ 12 ਸਾਲ ਦਾ ਬੱਚਾ ਕੀ ਹੁੰਦਾ ਹੈ। ਮੈਨੂੰ ਮਾਫ ਕਰ ਦਿਓ, ਪਾਵਨ ਪਵਿੱਤਰ ਸਥਾਨ ਤੋਂ ਮੈਂ ਬੇਨਤੀ ਕਰਨ ਲੱਗਾ, 7-7 ਸਾਲ ਦੇ, 10-10 ਸਾਲ ਦੇ, 12-12 ਸਾਲ ਦੇ ਬੱਚੇ ਅੱਜ ਕੇਸ ਕਤਲ ਕਰਾਈ ਫਿਰਦੇ ਨੇ। ਕੌਣ ਕਰਾਉਂਦਾ ਹੈ? ਆਪ ਤਾਂ ਨਹੀਂ ਗਏ। ਹਜ਼ਾਮੀਏ ਦੀ ਦੁਕਾਨ ਤੇ ਕੋਈ ਪਰਿਵਾਰ ਦਾ ਮੈਂਬਰ ਹੀ ਲੈ ਕੇ ਗਿਆ ਹੈ ਨਾ, ਕੋਈ ਵੱਡਾ ਮੈਂਬਰ ਹੀ ਲੈ ਕੇ ਗਿਆ ਹੋਵੇਗਾ ਨਾ। 12 ਸਾਲ ਦੀ ਉਮਰ ਵਿੱਚ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨੇ ਅੰਮ੍ਰਿਤਪਾਨ ਕੀਤਾ ਉਹਨਾਂ ਪੰਜ ਪਿਆਰੇ ਸਾਹਿਬਾਨਾਂ ਦੇ ਕੋਲੋਂ। ਤੇ ਗੁਰਮੁਖ ਪਿਆਰਿਓ, ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਇਸ ਭਾਰਤ ਵਰਸ਼ ਨੂੰ ਲੁੱਟਣ ਵਾਸਤੇ ਹਮਲੇ ਕੀਤੇ, ਇਹਨੂੰ ਸੋਨ ਦੀ ਚਿੜੀ ਕਿਹਾ ਜਾਂਦਾ ਸੀ ਭਾਰਤ ਵਰਸ਼ ਨੂੰ, ਬੜੇ ਹਮਲੇ ਕੀਤੇ, ਪਰ ਹਰ ਹਮਲੇ ਦਾ ਜਵਾਬ ਸਿੰਘਾਂ ਨੇ ਦਿੱਤਾ। ਬੜਾ ਦੁਖੀ ਹੋਇਆ ਅਹਿਮਦ ਸ਼ਾਹ ਅਬਦਾਲੀ। ਇੱਕ ਹਮਲਾ ਉਹਨੇ 1762 ਨੂੰ ਸਿੱਖਾਂ ਤੇ ਕੀਤਾ ਹੈ, ਸਿੱਖਾਂ ਨੂੰ ਨੇਸ ਤੋਂ ਨਾਬੂਦ ਕਰਨ ਵਾਸਤੇ। ਮੈਂ ਛੋਟਾ ਜਿਹਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਕੇ ਖਿਮਾ ਮੰਗ ਲੈਣੀ ਹੈ, ਸਮਾਂ ਸੀਮਤ ਹੈ। 2 ਪੰਕਤੀਆਂ ਪਾਵਨ ਸ਼ਬਦ ਦੀਆਂ ਅਜੇ ਵਿਚਾਰ ਅਧੀਨ ਨੇ, ਕਿਉਂਕਿ ਅੱਜ ਦਾ ਮਹਾਨ ਇਤਿਹਾਸਕ ਦਿਨ ਹੈ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਹੀ ਅਜ਼ਮਤ ਦੇ ਲਈ ਉਹਨਾਂ ਕੁਰਬਾਨੀ ਕੀਤੀ। ਸਮੇਂ ਦੇ ਨਾਲ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਉਹਨਾਂ ਦੀਆਂ ਯਾਦਗਾਰਾਂ ਸਿੱਖ ਕੌਮ ਨੇ ਸਥਾਪਿਤ ਕੀਤੀਆਂ। ਉਹਨਾਂ ਦੇ ਦਿਨ ਮਨਾਏ ਜਾਂਦੇ ਨੇ। ਅਜੋਕੇ ਸਮੇਂ ਦੇ ਵਿੱਚ ਜਦੋਂ ਸਮੇਂ ਦੀਆਂ ਸਰਕਾਰਾਂ ਨੇ 1984 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਅਟੈਕ ਕੀਤਾ, ਸੂਰਮਿਆਂ ਨੇ ਬਦਲਾ ਲਿਆ। ਭਾਈ ਸਤਵੰਤ ਸਿੰਘ, ਬੇਅੰਤ ਸਿੰਘ, ਭਾਈ ਹਰਜਿੰਦਰ ਸਿੰਘ, ਭਾਈ ਸੁਖਦੇਵ ਸਿੰਘ ਸੁੱਖਾ, ਉਹਨਾਂ ਦੀਆਂ ਯਾਦਗਾਰਾਂ ਵੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਮਨਾਈਆਂ ਜਾਂਦੀਆਂ ਨੇ। ਸਿੱਖ ਕੌਮ ਕਦੀ ਇਕਰਤ ਕਣ ਨਹੀਂ ਬਣ ਸਕਦੀ, ਉਹਨਾਂ ਨੂੰ ਯਾਦ ਕੀਤਾ ਜਾਣਾ ਹੈ ਰਹਿੰਦੀ ਦੁਨੀਆ ਤੱਕ। ਤੇ ਜਿਨ੍ਹਾਂ ਨੇ ਇਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਅਜ਼ਮਤ ਨੂੰ ਵਿਗਾੜਿਆ, ਉਹਨਾਂ ਦੀਆਂ ਕਬਰਾਂ ਤੇ ਅੱਜ ਦੀਵਾ ਵੀ ਨਹੀਂ ਕੋਈ ਬਲਦਾ। ਕਿਸੇ ਸ਼ਾਇਰ ਨੇ ਲਿਖਿਆ, ਕਹਿੰਦਾ ਤੈਨੂੰ ਖੁਦਾ ਨੇ ਦਿੱਤੀ ਬਾਦਸ਼ਾਹੀ, ਬਾਹਾਂ ਸਾਡੀਆਂ 'ਚ ਬਾਹੂ ਬਲ ਦਿੱਤਾ, ਤੂੰ ਉਹਦੀ ਮਖਲੂਕ ਦਾ ਨਾਸ ਕੀਤਾ, ਤੇਰੇ ਨਾਸ ਨੂੰ ਅਸਾਂ ਉਥਲ ਦਿੱਤਾ। ਸਾਡੇ ਦਰਾਂ ਤੇ ਹੁੰਦੀ ਹੈ ਦੀਪਮਾਲਾ, ਸਾਡੇ ਮੇਲੇ ਸ਼ਹੀਦਾਂ ਦੇ ਲੱਗਣੇ ਨੇ, ਤੇਰੀ ਕਬਰ ਵੱਲ ਕਿਸੇ ਝਾਕਣਾ ਨਹੀਂ, ਨਾ ਹੀ ਹਸ਼ਰ ਤੀਕ ਦੀਵੇ ਬਲਣੇ ਨੇ। ਅੱਜ ਉਹਨਾਂ ਦੀਆਂ ਯਾਦਗਾਰਾਂ ਮਨਾਈਆਂ ਜਾਂਦੀਆਂ ਨੇ, ਉਹਨਾਂ ਦੇ ਸ਼ਹੀਦੀ ਅਸਥਾਨਾਂ ਤੇ ਦੀਪਮਾਲਾ ਹੁੰਦੀ ਹੈ, ਰੌਣਕਾਂ ਲੱਗੀਆਂ ਹੋਈਆਂ ਨੇ, ਪਰ ਉਹਨਾਂ ਦੁਸ਼ਟਾਂ ਦੀਆਂ ਕਬਰਾਂ ਦੇ ਉੱਪਰ ਅੱਜ ਦੀਵਾ ਬੱਤੀ ਕਰਨ ਵਾਲਾ ਵੀ ਕੋਈ ਨਹੀਂ ਬਚਿਆ।
ਖਤਮ ਹੋ ਗਏ, ਨੇਸ ਤੋਂ ਨਾਬੂਦ ਹੋ ਗਏ। ਯਾਦ ਰੱਖਿਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਜਿੰਨੇ ਵੀ ਕੈੜੀ ਅੱਖ ਨਾਲ ਤੱਕਿਆ, ਹਸ਼ਰ ਉਹਦਾ ਅਹਿਮਦ ਸ਼ਾਹ ਅਬਦਾਲੀ ਵਰਗਾ ਹੀ ਕੀਤਾ ਸਿੰਘਾਂ ਨੇ। ਭਾਵੇਂ ਉਹ ਨਾਦਰ ਸ਼ਾਹ ਹੋਵੇ, ਭਾਵੇਂ ਮੱਸਾ ਰੰਗੜ ਹੋਵੇ, ਭਾਵੇਂ ਸਮੇਂ ਦੀਆਂ ਸਰਕਾਰਾਂ ਹੋਣ, ਹਸ਼ਰ ਉਹਨਾਂ ਦਾ ਉਹਨਾਂ ਵਰਗਾ ਹੋਇਆ ਹੈ। ਸਮੇਂ ਦੇ ਨਾਲ ਸਿੰਘਾਂ ਨੇ ਭਾਜੀ ਮੋੜੀ ਹੈ। ਅੱਜ ਉਹਨਾਂ ਦੇ ਦਿਨ ਮਨਾਏ ਜਾਂਦੇ ਨੇ ਤੇ ਅੱਜ ਉਸ ਮਹਾਨ ਸੂਰਬੀਰ ਦਾ ਦਿਨ ਹੈ। ਸਿੱਖ ਕੌਮ ਦੇ ਮਹਾਨ ਸੂਰਬੀਰ ਯੋਧੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਤੇ ਉਹਨਾਂ ਦੇ 30 ਸਾਥੀ ਨਾਲ। ਬਾਬਾ ਗੁਰਬਖਸ਼ ਸਿੰਘ ਜੀ ਜਿਨ੍ਹਾਂ ਦੇ ਜੀਵਨ ਬਾਰੇ ਲਿਖਿਆ, ਕਹਿੰਦੇ ਪਹਿਰ ਰਾਤ ਰਹਿੰਦੀ ਉੱਠਦੇ ਨੇ। ਹਰ ਸਿੱਖ ਦਾ ਫਰਜ਼ ਹੈ ਪਹਿਰ ਰਾਤ ਰਹਿੰਦੀ ਉੱਠਣਾ। ਤੇ ਕਹਿੰਦੇ ਸਰਬਲੋਹ ਦੀ ਮਾਲਾ ਫੇਰਦੇ ਸਨ ਸਿਮਰਨ ਦੇ ਵਿੱਚ ਬਾਬਾ ਗੁਰਬਖਸ਼ ਸਿੰਘ ਜੀ। ਸਿੱਖਾ ਯਾਦ ਰੱਖੀ, ਜਦੋਂ ਤੂੰ ਆਪਣੇ ਆਪ ਨੂੰ UNO ਦੇ ਵਿੱਚ ਰਜਿਸਟਰਡ ਕਰਾਉਣਾ ਹੈ ਨਾ ਕਿ ਮੈਂ ਵੱਖਰੀ ਕੌਮ ਆ, ਉੱਥੇ ਤੇਰੇ ਤੇ ਸਵਾਲ ਹੋਣਾ ਹੈ ਕਿ ਤੂੰ ਵੱਖਰੀ ਕੌਮ ਹੈ। ਸਭ ਤੋਂ ਪਹਿਲਾਂ ਤੇਰੀ ਯੂਨੀਫਾਰਮ ਕੀ ਹੈ। ਗੁਰੂ ਸਾਹਿਬ ਨੇ ਬੜੀ ਦੂਰ ਅੰਦੇਸ਼ੀ ਦੇ ਨਾਲ ਸਾਡੇ ਤੇ ਰਹਿਮਤ ਕੀਤੀ, ਸਾਨੂੰ 5 ਕਿਕਾਰਾਂ ਦੀ ਯੂਨੀਫਾਰਮ ਪਾ ਦਿੱਤੀ। ਅੱਜ ਅਖੌਤੀ ਪ੍ਰਚਾਰਕਾਂ ਨੂੰ ਸਾਡੇ ਬਾਣੇ ਦੇ ਵਿੱਚ ਸਾਡੇ ਵਿੱਚ ਵਾੜ ਕੇ ਇਹ ਗੱਲ ਕਹੀ ਜਾ ਰਹੀ ਹੈ ਕਿ 5 ਕਕਾਰ ਪਹਿਨਣ ਦੀ ਲੋੜ ਨਹੀਂ, ਕਿਉਂਕਿ ਉਹਨਾਂ ਸਾਬਤ ਕਰਨਾ ਤੁਸੀਂ ਵੱਖਰੀ ਕੌਮ ਨਹੀਂ। ਦੂਜੀ ਨਿਸ਼ਾਨੀ ਤੇਰੇ ਕੋਲੋਂ ਪੁੱਛੀ ਜਾਵੇਗੀ ਕਿ ਤੇਰਾ ਧਾਰਮਿਕ ਕੇਂਦਰ ਕਿਹੜਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ। ਤੀਸਰਾ ਤੇਰੇ ਕੋਲੋਂ ਪੁੱਛਿਆ ਜਾਵੇਗਾ ਤੂੰ ਵੱਖਰੀ ਕੌਮ ਲਈ UNO ਦੇ ਵਿੱਚ ਰਜਿਸਟਰਡ ਕਰਾਉਣਾ ਆਪਣਾ ਨਾਮ, ਤੇਰੇ ਕੋਲ ਧਾਰਮਿਕ ਗ੍ਰੰਥ ਕਿਹੜਾ ਹੈ। ਪਾਵਨ ਮੁਕੱਦਸ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਨੂੰ ਬਾਣੇ ਨਾਲੋਂ ਤੋੜਿਆ ਜਾ ਰਿਹਾ ਹੈ, ਸਾਨੂੰ ਬਾਣੀ ਦੇ ਨਾਲੋਂ ਤੋੜਿਆ ਜਾ ਰਿਹਾ ਹੈ, ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਲੋਂ ਤੋੜਨ ਦਾ ਯਤਨ ਕੀਤਾ ਜਾ ਰਿਹਾ ਹੈ। ਸੁਚੇਤ ਹੋਣਾ ਪਵੇਗਾ। ਬਾਬਾ ਗੁਰਬਖਸ਼ ਸਿੰਘ ਜੀ ਸਰਬਲੋਹ ਦੀ ਮਾਲਾ ਪਹਿਨਦੇ ਨੇ, ਮਾਲਾ ਦਾ ਜਾਪ ਕਰਦੇ ਨੇ। ਚਿੱਟੇ ਕਛਹਿਰੇ ਇਤਿਹਾਸ ਵਿੱਚ ਲਿਖਿਆ ਹੈ, ਸਮਾਂ ਸੀਮਤ ਹੈ, ਪੜ੍ਹ ਲਿਓ ਇਤਿਹਾਸ। ਇਹਨਾਂ ਨੂੰ ਲੋਕ ਨਿਹੰਗ ਸਿੰਘ ਕਹਿੰਦੇ ਸਨ, ਜਿਨ੍ਹਾਂ ਦੇ ਬਾਬਤ ਵਿੱਚ ਅਖਾਣ ਸੀ ਕਿ ਆਏ ਨੇ ਨਿਹੰਗ ਬੂਏ ਖੋਲ ਦੋ ਨਿਸ਼ੰਗ। ਇਹਨਾਂ ਨੂੰ ਨਿਹੰਗ ਸਿੰਘ ਕਿਹਾ ਜਾਂਦਾ ਹੈ। ਜਿੱਥੇ ਜੰਗ ਯੁੱਧ ਹੁੰਦਾ ਹੈ ਨਾ, ਇਹ ਨਿਹੰਗ ਸਿੰਘ ਧੌਂਸਿਆਂ ਤੇ ਚੋਟਾਂ ਮਾਰਦੇ ਹੋਏ ਉੱਥੇ ਪਹੁੰਚ ਜਾਂਦੇ ਨੇ। ਕਹਿੰਦੇ ਅਹਿਮਦ ਸ਼ਾਹ ਅਬਦਾਲੀ ਨੇ ਹੱਲਾ ਕੀਤਾ ਕੁੱਪ ਕਹੀੜੇ ਦੇ ਵਿੱਚ, ਸਭ ਤੋਂ ਵੱਡਾ ਘੱਲੂਘਾਰਾ ਹੋਇਆ। ਲਗਭਗ 45,000 ਦੇ ਸਿੱਖ ਸ਼ਹੀਦ ਕਰ ਦਿੱਤੇ। ਪਹਿਲੇ ਦਿਨ ਇਹਨੇ ਹਮਲਾ ਕੀਤਾ ਤੇ ਇਹਨੇ ਆਪਣੇ ਜਸੂਸ ਸਿੱਖਾਂ ਦੇ ਕੈਂਪ ਵਿੱਚ ਵਾੜ ਦਿੱਤੇ ਕਿ ਸੂਹ ਲਓ, ਕਿਉਂਕਿ 10-15,000 ਪਹਿਲਾਂ ਸਿੰਘ ਇਹਨੇ ਸ਼ਹੀਦ ਕੀਤੇ, ਬੱਚੇ ਬਿਰਧ ਬਜ਼ੁਰਗ ਮਾਤਾਵਾਂ। ਕਹਿੰਦਾ 10-15,000 ਸਿੱਖ ਸ਼ਹੀਦ ਹੋਏ ਨੇ ਕਿ ਸਿੱਖਾਂ ਦੀਆਂ ਸਫਾਂ ਦੇ ਵਿੱਚ ਮਾਤਮ ਛਾਇਆ ਹੋਵੇਗਾ। ਇਹਨੇ ਜਸੂਸ ਵਾੜ ਦਿੱਤੇ ਵਿੱਚ। ਪਰ ਜਦੋਂ ਸਿੰਘਾਂ ਨੇ ਸ਼ਾਮ ਨੂੰ ਸੋਦਰ ਰਹਿਰਾ ਸਾਹਿਬ ਜੀ ਦਾ ਜਾਪ ਕੀਤਾ ਨਾ, ਸਿੰਘਾਂ ਨੇ ਆਖਿਆ ਸੱਚੇ ਪਾਤਸ਼ਾਹ 4 ਪਹਿਰ ਦਿਨ ਤੇਰੇ ਭਾਣੇ ਅੰਦਰ ਸੁੱਖ ਦਾ ਬਤੀਤ ਆਇਆ, ਰੈਣ ਸੁੱਖਾਂ ਦੀ ਬਤੀਤ ਕਰਨ ਦਾ ਬਲ ਬਖਸ਼ਿਸ਼ ਕਰਨਾ, ਭਾਣੇ ਅੰਦਰ ਬਤੀਤ ਕਰਨ ਦਾ ਬਲ ਬਖਸ਼ਿਸ਼ ਕਰਨਾ। ਜਦੋਂ ਜਸੂਸਾਂ ਨੇ ਆ ਕੇ ਦੱਸਿਆ ਕਿ ਉਹ ਤਾਂ ਪਹਿਲੀ ਨਾਲੋਂ ਵੀ ਚੜ੍ਹਦੀ ਕਲਾ ਦੇ ਵਿੱਚ ਨੇ, ਇਹਨੇ ਸੋਚਿਆ ਸੀ ਜਾਂ ਦੀਨ ਈਨ ਮੰਨ ਲੈਣਗੇ, ਦੀਨ ਕਬੂਲ ਕਰ ਲੈਣਗੇ, ਜਾਂ ਨੱਸਣ ਦੀ ਤਿਆਰੀ ਵਿੱਚ ਹੋਣਗੇ, ਕਿਉਂਕਿ 10-15,000 ਸ਼ਹੀਦ ਹੋਇਆ। ਅਗਲੇ ਦਿਨ ਇਹਨੇ ਫਿਰ 1762 ਨੂੰ ਵੱਡਾ ਹੱਲਾ ਕਰਕੇ 35,000 ਦੇ ਕਰੀਬ ਸਿੰਘਾਂ ਨੂੰ ਸ਼ਹੀਦ ਕੀਤਾ ਕੁੱਪ ਕੀੜੇ ਦੇ ਮੈਦਾਨ ਦੇ ਵਿੱਚ। ਤੇ ਸਿੰਘਾਂ ਦਾ ਪ੍ਰਤੀਕਰਮ ਆਇਆ। ਇਹਨੇ ਸੋਚ ਲਿਆ ਕਿ ਸਿੰਘ ਖਤਮ ਕਰ ਦਿੱਤੇ ਨੇ, ਖਾਲਸਾ ਖਤਮ ਕਰ ਦਿੱਤਾ ਹੈ। ਤੇ ਬਾਬਾ ਚੜ੍ਹਤ ਸਿੰਘ ਵਰਗਿਆਂ ਨੇ ਕਿਹਾ ਕਿ ਖੋਟ ਸੜ ਗਈ ਹੈ, ਸੋਨਾ ਰਹਿ ਗਿਆ ਹੈ। ਇਹ ਸੋਨਾ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਟੱਕਰ ਲੈਣ ਲਈ ਫਿਰ ਤਿਆਰ ਹੈ। ਇਹ ਸੋਨਾ ਸ਼ੁੱਧ ਹੈ, ਫਿਰ ਟੱਕਰ ਲੈਣ ਲਈ ਤਿਆਰ ਹੈ। ਫਿਰ ਉਹਨੇ ਸੋਚਿਆ ਸੁਣਿਆ, ਗੱਲ ਨੂੰ ਤਾਣ ਗੋਲਿਆ ਕਰ ਦਿੱਤਾ ਅਹਿਮਦ ਸ਼ਾਹ ਅਬਦਾਲੀ ਨੇ। ਇੱਕ ਅਖਾਣ ਸੀ ਕਿ ਖਾਧਾ ਪੀਤਾ ਲਾਏ ਦਾ ਤੇ ਬਾਕੀ ਅਹਿਮਦ ਸ਼ਾਹੀ ਦਾ। ਕਿਉਂ ਸਿੰਘਾਂ ਤੋਂ ਤੰਗ ਸੀ? ਕਿਉਂਕਿ ਜਦੋਂ ਭਾਰਤ ਵਰਸ਼ ਨੂੰ ਲੁੱਟ ਕੇ ਜਾਂਦਾ ਸੀ, ਸਿੰਘ 2-2 4-4 ਹਾਥੇ ਦੇ ਨਾਲ ਰਸਤੇ ਤੇ ਕੱਢ ਕਰਕੇ ਤੇ ਇਹਨੂੰ ਹੌਲਿਆਂ ਕਰਕੇ ਤੋਰਦੇ ਸੀ, ਹੌਲਿਆਂ ਕਰਕੇ। ਇਹ ਬੜਾ ਤੰਗ ਸੀ। ਇਹਨੇ 1762 ਵਾਲਾ ਹੱਲਾ ਸਿੰਘਾਂ ਤੇ ਹੀ ਕੀਤਾ ਹੈ। ਹੱਲਾ ਇਸੇ ਕਰਕੇ ਕੀਤਾ ਕਿ ਇਹਨੇ ਖਤਮ ਕਰਨਾ ਹੈ।
ਇਹਨੇ ਸੋਚਿਆ ਕਿ ਮੈਂ ਸੁਣਿਆ ਸੀ ਕਿਸੇ ਕਾਜੀ ਦੇ ਕੋਲੋਂ, ਉਹਨੇ ਕਿਹਾ ਸੀ ਮੁਰਸ਼ਿਦ ਇਨਕਾ ਵਲੀ ਭਇਓ ਹੈ, इनको आबे हजात दियो है, अमृत सारे कसर भयो है, मृतक नाए जीवित भयो है, अजब असर तिसका हम देखा, बुजदत होवत शेर बसेखा, कान न काहू किए राखत, शहनशाह खुद कोए भाखत। इन्हें सुनिया कि हरमंदर साहब नूं खत्म कर दिओ जिथों सिੱਖੀ ਦਾ ਸੋਮਾ फुटदा है। ਇਹ ਫੇਰ ਇਕੱਠੇ ਹੋ ਕੇ ਹਰਮੰਦਰ ਸਾਹਿਬ ਇਸ਼ਨਾਨ ਕਰਕੇ ਗੁਰੂ ਦੇ ਕੋਲੋਂ ਹੁਕਮ ਲੈ ਕੇ ਫਿਰ ਸੁਰਜੀਤ ਹੋ ਜਾਂਦੇ ਨੇ ਲੜਨ ਵਾਸਤੇ, ਜੂਝਣ ਵਾਸਤੇ। ਇਹ ਚੜ੍ਹਾਈ ਕਰਕੇ ਆਇਆ ਹਰਮੰਦਰ ਸਾਹਿਬ ਤੇ। ਜੰਗਨਾਮੇ ਦੇ ਵਿੱਚ ਇੱਕ ਉਸ ਸਮੇਂ ਦਾ ਇਤਿਹਾਸਕਾਰ, ਬਲੋਚੀ ਇਤਿਹਾਸਕਾਰ ਕਿਹਾ ਜਾਂਦਾ, ਉਹਦਾ ਨਾਮ ਕਾਜੀ ਨੂਰ ਮੁਹੰਮਦ ਹੈ। ਉਹ ਸਿੰਘਾਂ ਨੂੰ ਸਾਗ ਤੇ ਕੁੱਤੇ ਵੀ ਲਿਖਦਾ ਹੈ ਜੰਗਨਾਮੇ ਦੇ ਵਿੱਚ। ਉਹ ਲਿਖਦਾ ਹੈ, ਕਹਿੰਦਾ ਮੈਂ ਨਾਲ ਸੀ ਜਦੋਂ ਅੰਮ੍ਰਿਤਸਰ ਸਾਹਿਬ ਆਇਆ ਨਾ, ਅੰਮ੍ਰਿਤਸਰ ਆਇਆ ਅਹਿਮਦ ਸ਼ਾਹ ਅਬਦਾਲੀ, ਕੋਈ ਕਾਫਰ ਨਜ਼ਰੀ ਨਹੀਂ ਸੀ ਆਉਂਦਾ। ਤੇ ਬਾਬਾ ਗੁਰਬਖਸ਼ ਸਿੰਘ ਜੀ ਦਾ ਉਹਨੇ ਜ਼ਿਕਰ ਕੀਤਾ ਜੰਗਨਾਮੇ ਦੇ ਵਿੱਚ ਕਿ ਇੱਕ ਬੁੰਗੇ ਦੇ ਵਿੱਚ ਗੁਰਬਖਸ਼ ਸਿੰਘ ਦੀ ਅਗਵਾਈ ਹੇਠ 30 ਸਿੰਘ ਮੌਜੂਦ ਸਨ। ਉਹ ਡਟ ਗਏ ਅਹਿਮਦ ਸ਼ਾਹ ਅਬਦਾਲੀ ਦੇ ਅੱਗੇ। ਉਹਨੇ ਲਿਖਿਆ ਕਿ ਉਹਨਾਂ ਦੇ ਅੰਦਰ ਨਾ ਮਰਨ ਦਾ ਡਰ ਸੀ, ਨਾ ਵੱਡੇ ਜਾਣ ਦਾ ਡਰ ਸੀ, ਨਾ ਭੱਜਣ ਦੀ ਉਹਨਾਂ ਨੇ ਕਿਉਂ ਕੋਈ ਵਿਉਂਤਬੰਦੀ ਕੀਤੀ। ਉਹ ਅਹਿਮਦ ਸ਼ਾਹ ਅਬਦਾਲੀ ਦੇ ਅੱਗੇ ਡਟ ਗਏ। ਡਟੇ ਕਿਵੇਂ? ਇਤਿਹਾਸ ਲਿਖਦਾ ਹੈ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨੇ ਕੇਸਰੀ ਰੰਗ ਦਾ ਬਾਣਾ ਪਹਿਨਿਆ ਹੋਇਆ ਸੀ, ਇਤਿਹਾਸ ਵਿੱਚ ਲਿਖਿਆ ਜੇ। ਹਰਮੰਦਰ ਸਾਹਿਬ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ, ਹਰਮੰਦਰ ਸਾਹਿਬ ਮੱਥਾ ਟੇਕਿਆ, ਮਿਲੇ ਹੋਏ ਸਿਹਰੇ ਸੀਸ ਤੇ ਸਜਾਏ। ਤੇ ਬਾਬਾ ਗੁਰਬਖਸ਼ ਸਿੰਘ ਜੀ ਉਸ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ, ਗਵਾਹੀ ਕਰ ਰਹੇ ਸਨ ਕੌਮ ਦੀ। ਤੇ ਬਾਬਾ ਗੁਰਬਖਸ਼ ਸਿੰਘ ਜੀ ਨੇ ਆਖਿਆ, ਜੇ ਅੱਗੇ ਪੈਰ ਧਰੋਗੇ, ਕਦਮ ਧਰੋਗੇ ਤੇ ਇੱਜ਼ਤ ਪ੍ਰਾਪਤ ਹੋਵੇਗੀ, ਮਾਣ ਮਰਾਤਬਾ ਪ੍ਰਾਪਤ ਹੋਵੇਗਾ। ਪਿੱਛੇ ਪੈਰ ਧਰੋਗੇ ਤੇ ਕਹਿੰਦੇ ਇੱਜ਼ਤ ਰਹਿੰਦੀ ਵੀ ਚਲੀ ਜਾਵੇਗੀ। ਉਹਨਾਂ ਜ਼ਾਲਮਾਂ ਦੇ ਨਾਲ ਬ੍ਰਹਮ ਗਿਆਨੀ, ਮਹਾਬਲੀ ਯੋਧੇ, ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਗੁਰਬਖਸ਼ ਸਿੰਘ ਜੀ 30,000 ਦੇ ਨਾਲ 30 ਲੜ ਗਏ। ਬਚਨ ਸਿੱਧ ਹੋਏ, 1.25 लाख से एक लड़ाऊं, तबै गोबिंद सिंह नाम कहाऊं। ਕਹਿੰਦੇ ਵਰਸ਼ੇ ਜਦੋਂ ਵੱਜ ਰਹੇ ਸਨ ਨਾ ਹਿੱਕ ਦੇ ਵਿੱਚ, ਬਾਬਾ ਗੁਰਬਖਸ਼ ਸਿੰਘ ਜੀ ਨੇ ਕਿਹਾ ਸੀ ਮੇਰੀ ਪਿੱਠ ਤੇ ਵਾਰ ਨਾ ਕੋਈ ਕਰੇ, ਮੇਰੀ ਹਿੱਕ ਦੇ ਵਿੱਚ ਵਾਰ ਕਰਿਓ। ਕਹਿੰਦੇ ਗੋਡਿਆਂ ਰੀਣੀ ਹੋ ਕੇ ਗੁਰੂ ਰਾਮਦਾਸ ਜੀ ਦੇ ਦਰਬਾਰ ਵੱਲ ਨੂੰ ਮੂੰਹ ਐਉਂ ਕਰਕੇ ਸ਼ਹਾਦਤਾਂ ਪ੍ਰਾਪਤ ਕਰ ਰਹੇ ਸਨ ਸੂਰਮੇ, ਜਿਵੇਂ ਆਪਾਂ ਗੋਡੇ ਟੇਕ ਕੇ ਗੁਰੂ ਰਾਮਦਾਸ ਜੀ ਨੂੰ ਨਮਸਕਾਰ ਕਰਦੇ ਹਾਂ। ਅਭੇਦ ਹੋ ਗਿਆ ਗੁਰੂ ਚਰਨਾਂ ਦੇ ਵਿੱਚ। ਜ਼ਾਲਮਾਂ ਨੇ ਹਰਮੰਦਰ ਸਾਹਿਬ ਉਡਾ ਦਿੱਤਾ। ਸਰੋਵਰ ਪੂਰ ਕੇ ਵਿੱਚ ਇਸ ਪਾਵਨ ਸਰੋਵਰ ਦੇ ਉੱਪਰ ਉਹਨੇ ਫਸਲ ਵੀ ਬੀਜ ਦਿੱਤੀ, ਪਰ ਜਾਂਦਾ ਹੋਇਆ ਫਿਰ ਸਿੰਘਾਂ ਦੇ ਢਾਏ ਚੜ ਗਿਆ। ਤੇ ਉਹਨਾਂ ਸਿੰਘਾਂ ਨੇ ਇਹਦੇ ਪੁੱਤਰ ਨੂੰ ਮਾਰਿਆ ਜਿਹੜਾ ਨਾਲ ਚੜ ਕੇ ਆਇਆ ਸੀ। ਜਿਹੜੇ ਫੜੇ ਗਏ ਉਹਨਾਂ ਕੋ ਪਾਵਨ ਸਰੋਵਰ ਦੀ ਸਫਾਈ ਲਿਆਣ ਕੇ ਕਰਾਈ। ਜੱਸਾ ਸਿੰਘ ਆਹਲੂਵਾਲੀਏ ਨੇ ਆਪਣੇ ਹੱਥੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਨੀਂਹ ਰੱਖੀ ਤੇ ਮੁੜ ਮਰਿਆਦਾ ਬਹਾਲ ਕੀਤੀ। ਬਾਬਾ ਗੁਰਬਖਸ਼ ਸਿੰਘ ਜੀ ਤੇ ਉਹਨਾਂ ਸੂਰਬੀਰ ਯੋਧਿਆਂ ਦਾ ਅੱਜ ਸ਼ਹੀਦੀ ਦਿਹਾੜਾ ਹੈ। ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਬੰਨੇ ਜ਼ਰੂਰ ਅੱਜ ਹਾਜ਼ਰੀ ਲਵਾ ਕੇ ਜਾਇਓ, ਉਹਨਾਂ ਦਾ ਸ਼ੁਕਰਾਨਾ ਕਰਕੇ ਜ਼ਰੂਰ ਜਾਇਓ। ਉਸ ਪਾਵਨ ਪਵਿੱਤਰ ਅਸਥਾਨ ਤੇ ਉਹਨਾਂ ਸ਼ਹੀਦਾਂ ਸਿੰਘਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਸਿੱਖ ਪੰਥ ਵੱਲੋਂ। ਸੋ ਅੱਜ ਉਹ ਕੌਮ ਦਾ ਮਹਾਨ ਦਿਨ ਹੈ ਜਿਸ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਅਜ਼ਮਤ ਦੀ ਰਾਖੀ ਦੇ ਲਈ ਸੂਰਬੀਰਾਂ ਨੇ ਜਾਨਾਂ ਦਿੱਤੀਆਂ। ਤੇ ਪਿਆਰ ਨਾਲ ਇੱਕ ਵਾਰੀ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਅਖੀਰਲੀਆਂ ਪੰਕਤੀਆਂ ਸਰਵਣ ਕਰੋ। ਕਹੋ ਨਾਨਕ ਇਹੋ ਤਤ ਵਿਚਾਰ। ਸਾਹਿਬ ਜੀ ਕਹਿੰਦੇ ਨੇ ਇਹ ਤਤ ਦੀ ਵਿਚਾਰ, ਇਹ ਸਿਧਾਂਤ ਦੀ ਵਿਚਾਰ ਮੈਂ ਹਿਰਦੇ ਵਿੱਚ ਵਸਾਈ ਹੋਈ ਹੈ। ਯਾਦ ਰੱਖਿਓ, ਉਹਨਾਂ ਸੂਰਬੀਰਾਂ ਨੇ ਆਪਣੇ ਜੀਵਨ ਉੱਚੇ ਤੇ ਸੁੱਚੇ ਬਣਾਏ ਸਨ। ਜਿਹੜਾ ਨਾਮ ਨਹੀਂ ਜਪਦਾ, ਬਾਣੀ ਨਹੀਂ ਪੜ੍ਹਦਾ, ਉਹਦਾ ਜੀਵਨ ਕਦੀ ਉੱਚਾ ਸੁੱਚਾ ਨਹੀਂ ਬਣ ਸਕਦਾ। ਇਬਾਦਤ ਤੋਂ ਬਿਨਾਂ ਸ਼ਹਾਦਤ ਨਹੀਂ ਹੋ ਸਕਦੀ। ਇਬਾਦਤ ਹੈ ਤਾਂ ਸ਼ਹਾਦਤ ਹੈ। ਇੱਥੇ ਸੂਰਬੀਰ ਕਹਿੰਦੇ ਸਨ ਕਿ ਸ਼ਹਾਦਤ ਦਾ ਰੁਤਬਾ ਜਿਹਨੂੰ ਮਿਲ ਜਾਂਦਾ ਹੈ ਨਾ, ਉਹ ਬੜੇ ਬੜੇ ਉੱਚੇ ਅਹੁਦਿਆਂ ਦੇ ਉੱਪਰੋਂ ਵੀ ਗਾਹ ਲੰਘ ਜਾਂਦਾ ਹੈ।
ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰੂ ਜੀ ਕਹਿੰਦੇ ਇਸ ਸਿਧਾਂਤ ਇਹ ਤੱਤ ਦੀ ਵਿਚਾਰ ਕੀਤੀ ਹਿਰਦੇ ਦੇ ਵਿੱਚ। ਰਾਮ ਨਾਮ ਜਪ ਪਾਰ ਉਤਾਰੀ। ਇਹ ਸਿਧਾਂਤ ਮੇਰੇ ਗੁਰੂ ਨੇ ਮੈਨੂੰ ਦ੍ਰਿੜ ਕਰਾਇਆ ਹੈ ਕਿ ਰਾਮ ਨਾਮ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਜਪ ਕੇ ਤੇ ਪਾਰ ਉਤਾਰਾ ਹੋ ਜਾਂਦਾ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾਮ ਜਪਣ ਵਾਲੇ ਨਾ ਭਵ ਸਾਗਰ ਨੂੰ ਐਉਂ ਗਾਂ ਲੰਘ ਜਾਂਦੇ ਨੇ ਜਿਵੇਂ ਛੋਟਾ ਜਿਹਾ ਗਊ ਦਾ ਬਛੜਾ ਹੋਵੇ ਨਾ, ਉਹਦਾ ਖੋਜ ਹੋਵੇ ਜਿੱਥੇ ਉਹ ਪੈਰ ਲਾਉਂਦਾ ਹੈ, ਉਹਦੇ ਵਿੱਚ ਜਿੰਨਾ ਕੁ ਪਾਣੀ ਹੈ ਇੰਨਾ ਕੁ ਸਮਝ ਕੇ ਭਵ ਸਾਗਰ ਨੂੰ ਸਾਗਰ ਤਰਿਓ ਬਾਛਰ ਖੋਜ, ਬਛੜੇ ਦੇ ਖੋਜ ਜਿੰਨਾ ਜਿਹੜੇ ਜਪਣ ਵਾਲੇ ਨੇ ਉਹ ਪਾਰ ਉਤਾਰਾ ਕਰ ਜਾਂਦੇ ਨੇ। ਸਾਹਿਬ ਕਿਰਪਾ ਕਰਨ, ਭੁੱਲਾਂ ਦੀ ਖਿਮਾ, ਬੇਅੰਤ ਭੁੱਲਾਂ ਹੋਈਆਂ। ਥੋੜੇ ਸਮੇਂ ਦੇ ਵਿੱਚ ਬਹੁਤਾ ਕੁਝ ਕਹਿਣ ਦਾ ਯਤਨ ਕੀਤਾ ਹੈ। ਸਤਿ ਸ੍ਰੀ ਅਕਾਲ। ਫਿਰ ਮੈਂ ਬੇਨਤੀ ਕਰਦਾ ਜਾਵਾਂ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਕੈੜੀ ਅੱਖ ਨਾਲ ਵੇਖਣ ਵਾਲਿਆਂ ਦਾ ਹਸ਼ਰ ਉਹੀ ਹੁੰਦਾ ਜਿਹੜਾ ਅਹਿਮਦ ਸ਼ਾਹ ਅਬਦਾਲੀ ਦਾ ਹੁੰਦਾ ਹੈ। ਤੈਨੂੰ ਖੁਦਾ ਨੇ ਦਿੱਤੀ ਪਾਤਸ਼ਾਹੀ, ਬਾਹਾਂ ਸਾਡੀਆਂ ਵਿੱਚ ਬਾਹੂ ਬਲ ਦਿੱਤਾ ਹੈ, ਤੂੰ ਉਹਦੀ ਮਖਲੂਕ ਦਾ ਨਾਸ ਕੀਤਾ ਹੈ, ਤੇਰੇ ਨਾਸ ਨੂੰ ਅਸਾਂ ਉਥਲ ਦਿੱਤਾ ਹੈ। ਸਾਡੇ ਦਰਾਂ ਤੇ ਹੁੰਦੀ ਹੈ ਦੀਪਮਾਲਾ, ਸਾਡੇ ਮੇਲੇ ਸ਼ਹੀਦਾਂ ਦੇ ਲੱਗਣੇ ਨੇ, ਤੇਰੀ ਕਬਰ ਵੱਲ ਕਿਸੇ ਝਾਕਣਾ ਨਹੀਂ, ਨਾ ਹੀ ਹਸ਼ਰ ਤੀਕ ਦੀਵੇ ਬੱਲਣੇ ਨੇ, ਨਾ ਹੀ ਹਸ਼ਰ ਤੀਕ ਦੀਵੇ ਬੱਲਣੇ ਨੇ। ਭੁੱਲਾਂ ਦੀ ਖਿਮਾ ਸਿੰਘ ਸਾਹਿਬ ਮਾਨਯੋਗ ਗਿਆਨੀ ਜਗਤਾਰ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਾਹਿਬਾਨ ਗਿਆਨੀ ਜਗਤਾਰ ਸਿੰਘ ਜੀਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਇੱਕ ਵਾਰ ਫਿਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਮੈਨੂੰ ਇਸ ਨਾਚੀਜ਼ ਨੂੰ ਅਧਨੇ ਜੇ ਸਿੱਖ ਨੂੰ ਹਾਜ਼ਰੀ ਭਰਨ ਦਾ ਸਮਾਂ ਬਖਸ਼ਿਆ। ਕੋਟਾਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਦਾ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੋ ਜੀ। ਕਹੋ ਨਾਨਕ ਇਹੋ ਤਤ ਵਿਚਾਰੀ, ਰਾਮ ਨਾਮ ਜਪ ਪਾਰ ਉਤਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।